ਸਿੱਖਿਆ ਹੈ ਉਹਦੇ ਵਿੱਚ ਅਸੀਂ ਉਹ ਦੇਖ ਰਹੇ ਹਾਂ। ਔਰ ਪਰਦੇ ਨੂੰ ਅਸੀਂ ਮੁੱਖ ਰੂਪ ਵਿੱਚ ਜਦੋਂ ਦੇਖਦੇ ਹਾਂ ਉਹ ਜਿਹੜਾ ਵਿੱਚ ਪਰਦਾ ਲਟਕਿਆ ਹੋਇਆ ਅਸਲ ਦੇ ਵਿੱਚ ਯਿਸੂ ਮਸੀਹ ਸਲੀਬ ਤੇ ਲਟਕਿਆ ਹੈ। ਹਾਲੇਲੂਇਆ। ਯਿਸੂ ਮਸੀਹ ਦਾ ਸਲੀਬ ਤੇ ਜਾਨ ਦੇ ਦੇਣਾ ਪਰਦਾ ਹਟ ਜਾਣਾ। ਹਾਲੇਲੂਇਆ। ਔਰ ਅਸੀਂ ਫਿਰ ਇਹਦੇ ਵਿੱਚ 7ਵੇਂ ਸਟੈਪ ਤੇ ਆਏ ਪਰਦਾ ਕਿਵੇਂ ਬਣਿਆ ਆ। ਉਹ ਜਿਹੜਾ ਪਰਦਾ ਬਣਾਇਆ ਗਿਆ ਸੀਗਾ ਮਿਲਾਪ ਦੇ ਤੰਬੂ ਦਾ ਉਹ ਇਨਸਾਨਾਂ ਦੁਆਰਾ ਬਣਾਇਆ ਗਿਆ। ਹਾਲੇਲੂਇਆ। ਹਾਲੇਲੂਇਆ। ਪਰ ਯਿਸੂ ਜਦੋਂ ਸਾਡੇ ਲਈ ਪਰਦਾ ਬਣਿਆ ਹੈ ਇਹ ਇਨਸਾਨਾਂ ਦੁਆਰਾ ਬਣਿਆ ਨਹੀਂ। ਹਾਲੇਲੂਇਆ। ਇਹ ਸਵਰਗ ਚੋਂ ਲਿਖਿਆ ਗਿਆ, ਸਵਰਗ ਚੋਂ ਬਣਾਇਆ ਗਿਆ, ਪਿਤਾ ਦੇ ਦੁਆਰਾ ਕੀ ਕੀਤਾ ਗਿਆ ਬਣਾਇਆ ਗਿਆ। ਹਾਲੇਲੂਇਆ। ਉਹਦੇ ਚ ਆਪਾਂ ਦੇਖ ਰਹੇ ਸੀਗੇ ਪਰਦੇ ਦੇ ਰੰਗ। ਪਰਦੇ ਵਿੱਚ 4 ਰੰਗ ਆ, ਨੀਲਾ ਆ, ਬੈਂਗਨੀ ਆ, ਲਾਲ ਆ ਔਰ ਸਫੇਦ। ਅਸੀਂ ਨੀਲਾ ਰੰਗ ਕੰਪਲੀਟ ਕਰ ਚੁੱਕੇ ਹਾਂ। ਬੈਂਗਨੀ ਰੰਗ ਵਿੱਚ ਅਸੀਂ ਆਏ ਹੋਏ ਹਾਂ। ਬੈਂਗਨੀ ਰੰਗ ਜਿਹੜਾ ਆ ਸਮਝ ਲਓ ਆਹ ਰੰਗ ਹੈ ਥੋੜਾ ਜ਼ਿਆਦਾ ਡਾਰਕ ਆ, ਆਹ ਬੈਂਗਨੀ ਰੰਗ ਹੁੰਦਾ। ਸੋ ਇਹ ਰੰਗ ਜਿਹੜਾ ਆ ਇਹ ਸ਼ਾਹੀ ਰੰਗ ਹੈ। ਕਿਹੜਾ ਰੰਗ ਆ? ਸ਼ਾਹੀ। ਸੋ ਇਹ ਈਸ਼ਵਰੀ ਮਹਿਮਾ ਨੂੰ ਦਿਖਾਉਂਦਾ। ਕਿਹਨੂੰ ਦਿਖਾਉਂਦਾ ਆ? ਈਸ਼ਵਰੀ ਮਹਿਮਾ। ਦੂਸਰੇ ਸ਼ਬਦਾਂ ਵਿੱਚ ਯਿਸੂ ਰਾਜਾ ਹੈ। ਪਹਿਲਾਂ ਆਪਾਂ ਦੇਖਿਆ ਯਿਸੂ ਪਰਮੇਸ਼ਰ ਹੈ ਤੇ ਪਰਮੇਸ਼ਰ ਦੇ ਪ੍ਰੇਮ ਨੂੰ ਆਪਾਂ ਦੇਖਿਆ ਨੀਲੇ ਰੰਗ। ਹੁਣ ਅਸੀਂ ਦੇਖ ਰਹੇ ਹਾਂ ਈਸ਼ਵਰੀ ਪ੍ਰਭੂ ਦੀ ਈਸ਼ਵਰੀ ਮਹਿਮਾ ਨੂੰ। ਔਰ ਈਸ਼ਵਰੀ ਮਹਿਮਾ ਨੂੰ ਜਦੋਂ ਅਸੀਂ ਦੇਖ ਰਹੇ ਹਾਂ ਤੇ ਉਹਦੇ ਵਿੱਚ ਅਸੀਂ ਆਗੇ ਸੀਗੇ। ਪਹਿਲਾਂ ਅਸੀਂ ਖੁਦਾ ਦੀ ਈਸ਼ਵਰੀ ਮਹਿਮਾ ਦੇ ਅਲੱਗ-ਅਲੱਗ ਪਹਿਲੂਆਂ ਨੂੰ ਦੇਖਿਆ, ਫਿਰ ਦੇਖਿਆ ਅਸੀਂ ਸਾਡੀ ਜ਼ਿੰਮੇਵਾਰੀ ਇਹਦੇ ਵਿੱਚ ਕੀ ਹੈ, ਔਰ ਉਸ ਤੋਂ ਬਾਅਦ ਦੇਖਿਆ ਕਿ ਅਸੀਂ ਕੀ ਹੋਵਾਂਗੇ ਗਾਂ ਜਾ ਕੇ। ਹਾਲੇਲੂਇਆ। ਔਰ ਉਹਦੇ ਨਾਲ ਫਿਰ ਅਸੀਂ ਤੀਸਰੇ ਸਟੈਪ ਨੂੰ ਦੇਖਿਆ ਕਿ ਹਰ ਘਟਨਾ ਸਾਡੇ ਹੱਕ ਵਿੱਚ ਜੋ ਵੀ ਹੈ, ਜੋ ਵੀ ਵਾਪਰਦਾ ਘਬਰਾਉਣ ਦੀ ਲੋੜ ਨਹੀਂ, ਸਭ ਕੁਝ ਸਾਡੇ ਹੱਕ ਦੇ ਵਿੱਚ ਹੈ। ਔਰ ਇਹਦੇ ਲਈ ਆਪਾਂ ਦੇਖਦੇ ਹਾਂ ਜਿਹੜੇ ਖੁਦਾ ਦੇ ਲੋਕ ਆ ਉਹਨਾਂ ਦੀ ਸਾਰੀਆਂ ਗੱਲਾਂ ਮਿਲ ਕੇ ਭਲਾਈ ਨੂੰ ਪੈਦਾ ਕਰਦੀਆਂ। ਯੂਸੁਫ ਨੂੰ ਚਾਹੇ ਮਾਰਿਆ ਗਿਆ ਉਹ ਵੀ ਉਹਦੀ ਭਲਾਈ ਲਈ ਹੋਇਆ। ਹਾਲੇਲੂਇਆ। ਚਾਹੇ ਉਹਨੂੰ ਟੋਏ 'ਚ ਸਿੱਟਿਆ ਗਿਆ ਉਹ ਵੀ ਉਹਦੀ ਭਲਾਈ ਲਈ ਹੋਇਆ। ਚਾਹੇ ਉਹਨੂੰ ਕੱਢ ਕੇ ਵੇਚ ਦਿੱਤਾ ਗਿਆ ਉਹ ਵੀ ਉਹਦੀ ਭਲਾਈ ਲਈ ਹੋਇਆ। ਚਾਹੇ ਉਹ ਪੋਟੀਫਰ ਦੇ ਘਰ ਦੇ ਵਿੱਚ ਰਿਹਾ ਉਹ ਵੀ ਉਹਦੀ ਭਲਾਈ ਲਈ ਹੋਇਆ। ਹਾਲੇਲੂਇਆ। ਚਾਹੇ ਉਹ ਉੱਥੋਂ ਜੇਲ੍ਹ 'ਚ ਗਿਆ ਉਹ ਵੀ ਉਹਦੀ ਭਲਾਈ ਲਈ ਹੋਇਆ। ਹਾਲੇਲੂਇਆ। ਟੋਏ ਤੋਂ ਜੇਲ੍ਹ ਤੱਕ ਦਾ ਸਫ਼ਰ ਆ। ਹਾਲੇਲੂਇਆ। ਔਰ ਗਾਂ ਜਾ ਕੇ ਬਾਦਸ਼ਾਹਤ ਹੈ। ਹਾਲੇਲੂਇਆ। ਸੋ ਇਹੀ ਬਾਦਸ਼ਾਹਤ ਇਹੀ ਮਹਿਮਾ ਜਿਹੜੀ ਆ ਇਹ ਬਿਨਾ ਮਾਰ ਖਾਦੇ ਹੋਣੀ, ਬਿਨਾ ਚਪੇੜਾਂ ਖਾਦੇ ਨਹੀਂ ਹੋਣੀ। ਹਾਲੇਲੂਇਆ। ਬਿਨਾ ਟੋਇਆਂ 'ਚ ਡਿੱਗੇ ਹੋਣੀ ਨਹੀਂ, ਬਿਨਾ ਵਿਕਿਆ ਹੋਣੀ ਨਹੀਂ, ਸਾਰਾ ਕੁਝ ਹੋਣਾ। ਸੌਦਾ ਯਿਸੂ ਦਾ ਵੀ ਕੀਤਾ ਗਿਆ। ਪਤਾ ਤੁਹਾਨੂੰ ਜਿੱਦਾਂ ਉਹਨਾਂ ਨੇ ਯੂਸੁਫ ਨੂੰ ਵੇਚ ਦਿੱਤਾ, ਇਹਦਾ ਕੌਣ ਵੇਚਿਆ ਗਿਆ ਭਲਾ? ਯਿਸੂ ਮਸੀਹ ਵੇਚਿਆ ਗਿਆ। ਹਾਲੇਲੂਇਆ। ਸਾਰੀ ਕੀਮਤਾਂ ਦੇ ਦੇਖਿਆ। ਤੇ ਚਲੋ ਆਪਾਂ ਦੇਖਦੇ ਸਾਡੀ ਸਾਰੀਆਂ ਗੱਲਾਂ ਜਿਹੜੀਆਂ ਭਲਾਈ ਪੈਦਾ ਕਰਦੀਆਂ ਆ। ਹਰ ਘਟਨਾ ਜਿਹੜੀ ਆ ਸਾਡੀ ਫਾਇਦੇ ਦੀ ਆ। ਔਰ ਉਹ ਚ ਆਪਾਂ ਕਿਹੜੀ ਆਇਤ ਤੇ ਬੰਦ ਕੀਤਾ? ਰੋਮੀਓ 8 ਦੀ 29 ਹੈ। ਰੋਮੀਓ 8 ਦੀ 29। ਉਸ ਦੇ ਪੁੱਤਰ ਦੇ ਸਰੂਪ ਤੇ ਅਸੀਂ ਹੋਣਾ ਆ, ਹਨਾ। ਪੁੱਤਰ ਨੇ ਇੱਕ ਉਹ ਸਰੂਪ ਬਣ ਕੇ ਦਿਖਾ ਦਿੱਤਾ ਹੈ। ਅਸੀਂ ਵੀ ਹੁਣ ਉਹਦੇ ਸਰੂਪ ਤੇ ਹੋਣਾ ਹੈ। ਹਾਲੇਲੂਇਆ। ਉਸ ਤੋਂ ਬਾਅਦ ਆ ਜਾਓ ਯਹੋਨਾ ਪਹਿਲਾ ਅਧਿਆਇ ਉਹਦੀ 14 ਆਇਤ। ਪਹਿਲਾ ਯਹੋਨਾ ਦੀ ਅੰजील, माफ करना, यहोन्ना की अंजील पहला अध्याय 14 आए। और वचन देहधारी हुआ और अनुग्रह और सच्चाई से परिपूर्ण होकर हमारे बीच में डेरा किया और हमने उसकी ऐसी महिमा देखी जैसी पिता के इकलौते की महिमा। एक हिंट पे समझ देना, क्योंकि पुत्र विच पिता दी महिमा है। ਹਾਲੇਲੂਇਆ। किहदे विच आ? ਪੁੱਤਰ ਦੇ ਸਰੂਪ ਤੇ ਉਹਨੂੰ ਉੱਪਰ ਆਪਾਂ ਦੇਖਿਆ ਨਾ ਐਤ ਵਿੱਚ ਪੁੱਤਰ ਦੇ ਸਰੂਪ ਤੇ ਹੋਣਾ ਨਾ। ਅਸੀਂ ਪੁੱਤਰ ਦੇ ਸਰੂਪ ਤੇ ਕਿਉਂ ਹੋਣਾ ਆ? ਕਿਉਂਕਿ ਪੁੱਤਰ ਵਿੱਚ ਕੀ ਆ? ਪਿਤਾ ਦੀ ਮਹਿਮਾ ਆ। ਹਾਲੇਲੂਇਆ।
ਸੋ ਜੇ ਸਾਡੇ ਤੇ ਮਹਿਮਾ ਦਾ ਰੰਗ ਚੜਨਾ ਆ, ਜਲਾਲ ਦਾ ਰੰਗ ਚੜਨਾ ਆ, ਰੋਸ਼ਨੀ ਦਾ ਰੰਗ ਚੜਨਾ ਆ, ਤੇ ਅਸੀਂ ਕਿਹਦੇ ਸਰੂਪ ਤੇ ਬਣਨਾ ਆ? ਪੁੱਤਰ ਦੇ ਸਰੂਪ ਤੇ ਬਣਨਾ, ਕਿਉਂਕਿ ਪੁੱਤਰ ਦੇ ਵਿੱਚ ਕੀ ਆ? ਪਰਮੇਸ਼ਰ ਦੀ ਮਹਿਮਾ। ਕੁਲਸੀਓਂ 2 ਅਧਿਆਇ ਉਹਦੀ 9 ਆਏ। कुलसियों 2 अध्याय ਉਹਦੀ 9 आए। क्योंकि उसमें ईश्वरत्व की सारी परिपूर्णता संदेह वास करती है। हाँ, ਪਿਤਾ ਵਿੱਚ ਆਪਾਂ ਦੇਖਿਆ ਉੱਪਰ ਪੁੱਤਰ ਦੀ ਮਹਿਮਾ ਹੈ ਨਾ, ਪੁੱਤਰ ਵਿੱਚ ਸੱਚ ਪਿਤਾ ਦੀ ਮਹਿਮਾ ਹੈ ਨਾ, हाँ जी। ਔਰ ਗਾਂ ਆਪਾਂ ਕੀ ਦੇਖਦੇ ਹਾਂ? ਉਸ ਵਿੱਚ ਪਰਮੇਸ਼ਰ ਦੀ ਸਾਰੀ ਪਰਿਪੂਰਨਤਾ ਵਸਦੀ ਹੈ। ਦੇਖੋ ईश्वरीय ਹਾਂ, ਉਸ ਵਿੱਚ ਪਰਮੇਸ਼ਰ ਦੀ ਸਾਰੀ, ਪੁੱਤਰ ਵਿੱਚ ਪਰਮੇਸ਼ਰ ਦੀ ਕੀ ਹੈ? ਸਾਰੀ ਪਰਿਪੂਰਨਤਾ ਵਸਦੀ ਹੈ। ਸਾਰੀ ਪਰਿਪੂਰਨਤਾ ਜੇਕਰ ਸਾਡੇ ਵਿੱਚ ਆਉਣੀ ਆ ਤੇ ਸਾਰਾ ਹੀ ਦੁੱਖ ਪੁੱਤਰ ਨਾਲ ਦਾ ਸਹਿਣਾ ਪੈਣਾ ਨਾ। ਹਾਲੇਲੂਇਆ। ਸੋ ਜੋ ਜੋ ਪੁੱਤਰ ਨੇ ਸਹਿ ਲਿਆ, ਜੇ ਉਹੋ ਹੀ ਰੋਸ਼ਨੀ ਉਹੋ ਹੀ ਜਲਾਲ ਪਾਉਣਾ ਤੇ ਉਹ ਸਭ ਕੁਝ ਸਹਿਣਾ ਪੈਣਾ। ਹਾਲੇਲੂਇਆ। ਸਾਨੂੰ ਹੌਸਲਾ ਪੁੱਤਰ ਵੱਲ ਦੇਖ ਕੇ ਕਿਉਂ ਮਿਲਦਾ ਆ? ਕਿਉਂਕਿ ਪੁੱਤਰ ਸਵਰਗ ਛੱਡ ਕੇ ਆਇਆ। ਕੀ ਛੱਡ ਕੇ ਆਇਆ? ਸਵਰਗ ਛੱਡ ਕੇ, ਔਰ ਸਵਰਗ ਦੀ ਮਹਿਮਾ ਛੱਡ ਕੇ ਆਇਆ। हालेलुया ਪਾਪੀਆਂ ਵਿੱਚ ਆਇਆ ਹੈ ਨਾ, ਮਨੁੱਖਾਂ ਦਾ ਰੂਪ ਧਾਰਿਆ। गीता ਹਾਲੇਲੂਇਆ। हालेलुया ਔਰ ਕਿੰਨੀ ਲਾਨਤ ਸਹਿਣੀ ਪਈ। ਜਿੱਦਾਂ ਜਵਾਨੀ ਵੱਲ ਨੂੰ ਵਧਿਆ ਤੇ ਲੋਕ ਕੀ ਕਹਿੰਦੇ ਸੀ? ਮਰੀਮ ਦਾ ਪੁੱਤ ਕਹਿ ਕੇ ਕਹਿੰਦੇ ਸੀ ਨਾ। ਕਿਤੇ ਪਿਤਾ ਪਿਓ ਦੇ ਨਾਮ ਤੋਂ ਬੱਚਾ ਸੱਦਿਆ ਜਾਂਦਾ ਹੈ, ਉਹ ਕਿਹਦੇ ਨਾਮ ਤੋਂ ਸੱਦਿਆ ਜਾ ਰਿਹਾ ਹੈ? ਮਰੀਮ, ਕਿਉਂਕਿ ਉਹਦੇ ਪਿਓ ਦਾ ਕਿਸੇ ਨੂੰ ਪਤਾ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਇੱਕ ਸ਼ਰਮਿੰਦਗੀ ਦੀ ਗੱਲ ਸੀ ਜਿਹੜੀ ਸਾਰਾ ਟਾਈਮ ਹੀ ਇਹ ਸੁਣ ਕੇ ਕਰਨੀ ਪਈ, ਭਲਾ ਸਹਿਣੀ ਪਈ। ਸੋ ਇਸ ਲਈ ਉਹ ਸਵਰਗ ਵੀ ਛੱਡ ਕੇ ਆਇਆ, ਉਹ ਮਹਿਮਾ ਛੱਡ ਕੇ ਆਇਆ। ਆਪਾਂ ਨੂੰ ਕੀ ਛੱਡਣ ਦਾ ਕਹਿੰਦਾ ਵੇ? ਆਪਾਂ ਕੀ ਛੱਡਣਾ? ਉਹ ਏਡੀ ਮਹਿਮਾ ਛੱਡ ਕੇ ਆਇਆ ਸਾਡੇ ਲਈ, ਸਾਡੇ ਨਾਲ ਮੇਲ ਕਰਨ ਲਈ। ਤੇ ਸਾਨੂੰ ਵੀ ਤਾਂ ਕੁਝ ਛੱਡਣਾ ਚਾਹੀਦਾ ਨਾ। ਸਾਨੂੰ ਕੀ ਛੱਡਣ ਲਈ ਕਹਿੰਦਾ? ਆਕਾਰ ਛੱਡਣ ਲਈ ਕਹਿੰਦਾ, ਸੰਸਾਰ ਛੱਡਣ ਲਈ ਕਹਿੰਦਾ। ਉਹ ਕਹਿੰਦਾ ਪਾਪ ਛੱਡ ਦਿਓ ਭਾਈ। ਹਾਲੇਲੂਇਆ, ਹੈਨਾ। ਉਹ ਸਵਰਗ ਛੱਡ ਕੇ ਆਇਆ, ਸਾਨੂੰ ਕਹਿੰਦਾ ਪਾਪ ਛੱਡ ਦਿਓ ਬਸ। ਇਸ ਲਈ ਸਾਨੂੰ ਉਹਦੀ ਮਹਿਮਾ ਦੀ ਭਰਪੂਰਤਾ ਪਾਉਣ ਦੇ ਲਈ ਸਾਨੂੰ ਇਹ ਸੌਖਾ, ਸਾਨੂੰ ਕੁਝ, ਜੇ ਅਸੀਂ ਆਪਣਾ ਘਰ ਵੀ ਛੱਡ ਦਿੰਦੇ ਆ, ਉਹ ਸਵਰਗ ਛੱਡ ਕੇ ਆਇਆ। ਸਾਡਾ ਘਰ ਕੀਮਤੀ ਕਿ ਸਵਰਗ ਕੀਮਤੀ ਹੈ? ਹਾਲੇਲੂਇਆ। ਜੇ ਸਾਨੂੰ ਮੰਨ ਲਓ ਸਵਰਗ ਛੱਡਣਾ, ਘਰ ਛੱਡਣਾ ਵੀ ਪਵੇ, ਜੇ ਇੱਕ ਰਾਜੇ ਨੂੰ ਆਪਣੀ ਬਾਦਸ਼ਾਹ ਛੱਡਣੀ ਪਵੇ, ਜੇ ਇੱਕ ਰਾਜਾ ਪੂਰੀ ਧਰਤੀ ਦਾ ਰਾਜਾ ਹੋਵੇ, ਉਹਨੂੰ ਧਰਤੀ ਛੱਡਣੀ ਪਵੇ, ਧਰਤੀ ਦਾ ਰਾਜ, ਤਾਂ ਵੀ ਯਿਸੂ ਦਾ ਮੁਕਾਬਲਾ ਕਰ ਸਕਦਾ ਨਹੀਂ, ਕਿਉਂਕਿ ਉਹਨੇ ਕਿਹੜਾ ਛੱਡ ਕੇ ਆਇਆ? ਸਵਰਗ। ਹਾਲੇਲੂਇਆ। ਆ ਜਾ, ਉਹਦੇ ਵਿੱਚ ਭਰਪੂਰਨਤਾ ਵਸਦੀ ਪਰਮੇਸ਼ਰ ਦੀ। ਔਰ ਅੱਗੇ ਕੁਲਸੀਓਂ 1:27 ਹੈ। ਇਹ ਸਾਰੀਆਂ ਚੀਜ਼ਾਂ ਸਾਡੇ ਹੌਸਲੇ ਲਈ ਆ, ਵੀ ਸਾਡੇ ਲਈ ਪਲਾਨ ਬੜਾ ਤਕੜਾ ਆ ਖੁਦਾ ਦਾ। ਇਸ ਲਈ ਕਿਸੇ ਵੀ ਘਟਨਾ ਤੋਂ ਘਬਰਾ ਕੇ ਬੈਠ ਜਾਣ ਦੀ ਲੋੜ ਨਹੀਂ। ਉਹਦੇ ਤੋਂ ਸਿੱਖੋ। ਜੇਕਰ ਗਲਤੀ ਹੋਈ ਆ ਉਹਦੇ ਤੋਂ ਸਿੱਖੋ, ਜੇ ਗਲਤੀ ਨਹੀਂ ਹੋਈ ਇਹਦੇ ਤੋਂ ਵੀ ਸਿੱਖੋ ਕਿ ਖੁਦਾ ਸਾਨੂੰ ਸਾਡੇ ਨਾਲ ਨਜਾਇਜ਼ ਕਰਦਾ ਨਹੀਂ। हालेलुया हालेलुया। आ जाओ। जिन पर परमेश्वर ने प्रकट करना चाहा कि उन्हें ज्ञात हो कि अन्य जातियों में उस भेद की महिमा का मूल्य क्या है। हाँ। और वह ये है कि मसीह जो महिमा की आशा है हाँ। तुम में रहता है। हाँ, क्योंकि लिखो, क्योंकि पुत्र ही साडी महिमा दी आस आ। इस चीज ਨੂੰ ਦੇਖਦੇ ਹੋਏ ਅਸੀਂ ਕੀ ਕਰਨਾ? ਹਰ ਦੁੱਖ ਨੂੰ ਕੀ ਕਰ ਜਾਣਾ ਆ? ਸਹਿ ਲੈਣਾ। ਜਿਹੜੀ ਸਾਡੇ ਲਈ ਮਹਿਮਾ ਆ ਰਹੀ ਆ, ਉਹਦੀ ਆਸ ਕੌਣ ਆ? ਪੁੱਤਰ ਹੈ। ਪੁੱਤਰ ਤੇ ਆਸ ਰੱਖ ਕੇ, ਭਰੋਸਾ ਰੱਖ ਕੇ ਹੀ ਅਸੀਂ ਉਸ ਮਹਿਮਾ ਨੂੰ ਕੀ ਕਰ ਸਕਦੇ ਆ? ਪਾ ਸਕਦੇ ਹਾਂ। ਫਿਲਿੱਪੀਓਂ 4:13। जो मुझे सामर्थ देता है उससे मैं सब कुछ कर सकता हूँ। हाँ, ਜਿਹੜਾ ਮੈਨੂੰ ਸਾਮਰਥ ਦਿੰਦਾ ਆ, ਉਹਦੇ ਵਿੱਚ ਮੈਂ ਕੀ ਕਰ ਸਕਦਾ ਬਈ? ਪਲੂਸ ਇਸ ਗੱਲ ਨੂੰ ਪਾ ਗਿਆ, ਭੇਤ ਨੂੰ ਪਾ ਗਿਆ। ਦੇਖੋ, ਉਸ ਦੀ ਸਾਮਰਥ ਕਾਰਨ ਮੈਂ ਸਭ ਕੁਝ ਕਰ ਸਕਦਾ ਹਾਂ।
ਜਿਹੜੀ ਉਹਨੇ ਮੈਨੂੰ ਸਾਮਰਥ ਦਿੱਤੀ ਹੈ। ਉਹਨੇ ਮੇਰੇ ਅੰਦਰ ਵਚਨ ਦਾ ਬੀਜ ਹੀ ਨਹੀਂ ਦਿੱਤਾ, ਨਾਲ ਪਵਿੱਤਰ ਆਤਮਾ ਵੀ ਦਿੱਤਾ। ਔਰ ਵਚਨ ਚ ਲਿਖਿਆ ਜਿਹੜਾ ਤੁਹਾਡੇ ਅੰਦਰ ਆ ਉਹ ਸੰਸਾਰ ਵਾਲੇ ਨੂੰ ਕੀ ਆ ਭਲਾ ਵੱਡਾ ਜਿਹੜਾ ਤੁਹਾਡੇ ਅੰਦਰ ਹੈ। ਇਸ ਲਈ ਮੈਂ ਕਰ ਸਕਦਾ ਹਾਂ ਸਭ ਕੁਝ ਕਿਉਂਕਿ ਮੇਰੇ ਚ ਉਹਨੇ ਕੀ ਰੱਖੀ ਹੋਈ ਹੈ, ਸ਼ਕਤੀ ਰੱਖੀ ਹੋਈ ਹੈ। ਜਦੋਂ ਮੈਂ ਨਹੀਂ ਕਰ ਸਕਦਾ ਕਹਿੰਦਾ ਆ, ਇਹਦਾ ਮਤਲਬ ਮੇਰੇ ਅੰਦਰ ਕੋਈ ਦੱਬੀ ਹੋਈ ਇੱਛਾ ਹੈਗੀ ਆ ਜਿਹੜੀ ਮੇਰੀ ਅਭਿਲਾਸ਼ਾ ਦੇ ਉੱਤੇ ਮੈਨੂੰ ਰੱਖਣਾ ਚਾਹੁੰਦੀ ਹੈ। ਯਾਨੀ ਕਿ ਮੈਂ ਆਪਣੀ ਅਭਿਲਾਸ਼ਾ ਛੱਡਣਾ ਹੀ ਨਹੀਂ ਚਾਹੁੰਦਾ। ਲੇਕਿਨ ਵਚਨ ਕੀ ਦੱਸਦਾ ਆ, ਜਿਹੜੀ ਤੇਰੇ ਅੰਦਰ ਸਾਮਰਥ ਹੈ ਉਹਦੇ ਨਾਲ ਤੂੰ ਕੀ ਕਰ ਸਕਦਾ, ਸਭ ਕੁਝ ਕਰ ਸਕਦਾ। ਪਲੂਸ ਕਹਿ ਗਿਆ। ਇੱਕ ਅਨੁਭਵ ਦੇ ਵਿੱਚ ਆ ਕੇ ਪਲੂਸ ਕਹਿੰਦਾ ਆ, ਮੈਂ ਘਟਨਾ ਵੀ ਜਾਣਦਾ ਆ ਤੇ ਹਾਲੇਲੂਇਆ। ਯਾਨੀ ਕਿ ਮੈਂ ਇਸ ਚੀਜ਼ ਨੂੰ ਵੀ ਪਾ ਲਿਆ ਕਿ ਘਟਨਾ ਕੀ ਆ, ਇਸ ਚੀਜ਼ ਨੂੰ ਵੀ ਸਮਝ ਲਿਆ ਕਿ ਵਧਣਾ ਕੀ ਆ। ਜਦੋਂ ਮੈਨੂੰ ਲੱਗਦਾ ਮੈਂ ਆਤਮਾ ਚ ਘਟ ਰਿਹਾ ਹਾਂ ਜਾਂ ਕਿਸੇ ਪ੍ਰਕਾਰ ਮੇਰਾ ਆਤਮਿਕ ਜੀਵਨ ਦੇ ਵਿੱਚ ਮੇਰੇ ਗਿਰਾਵਟ ਆ ਰਹੀ ਆ ਜਾਂ ਸੰਸਾਰ ਵੱਲ ਨੂੰ ਜ਼ਿਆਦਾ ਸੇਵਾ ਦੇ ਵਿੱਚ ਬੋਝ ਲੈ ਕੇ ਪ੍ਰਭੂ ਦੇ ਚਰਨਾਂ 'ਚ ਘੱਟ ਬੈਠਣ ਦਾ ਕਰਕੇ ਉਹ ਇੱਕ ਆ ਰਿਹਾ ਘਟਾ ਆ ਰਿਹਾ ਆ ਤੇ ਉਹਨੂੰ ਪਤਾ ਲੱਗ ਜਾਂਦਾ, ਉਹ ਫਿਰ ਪ੍ਰਭੂ ਦੇ ਚਰਨਾਂ 'ਚ ਬਹਿਣਾ ਸ਼ੁਰੂ ਕਰ ਦਿੰਦਾ, ਫਿਰ ਵੱਧ ਜਾਂਦਾ। ਹਾਲੇਲੂਇਆ ਹਾਲੇਲੂਇਆ। ਸਾਡੇ ਕੋਲ ਵਜ਼ਨ ਘਟਣ ਲਈ ਕੋਈ ਇੱਥੇ ਲੋਨ ਤਾਂ ਨਹੀਂ ਚੱਕਣਾ ਪੈਣਾ, ਲੋਨ ਲੈ ਲਓ ਬਾਅਦ ਵਿੱਚ ਕਿਸ਼ਤਾਂ ਦੇਣੀ ਪੈਣੀ ਨਾ। ਜਦੋਂ ਵਧਣਾ ਚਾਹੁੰਦੇ ਆ ਕੀ ਹੋ ਜਾ ਭਲਾ, ਚਰਨਾਂ 'ਚ ਪੈ ਜਾਓ। ਤੁਸੀਂ ਪ੍ਰਭੂ ਦੇ ਚਰਨਾਂ 'ਚ ਪੈ ਜਾਓ ਤੇ ਸਵਰਗ ਤੁਹਾਡੀ ਜ਼ਿੰਮੇਵਾਰੀ ਲੈ ਲੂਗਾ। ਹਾਲੇਲੂਇਆ। ਤੁਹਾਡੇ ਲਈ ਕੀ ਕੁਝ ਕਰਨਾ ਆ ਉਹ ਸਵਰਗ ਨੇ ਆਪੇ ਜ਼ਿੰਮੇਵਾਰੀ ਲੈਣੀ, ਤੁਸੀਂ ਚਰਨ ਛੱਡਣੇ ਨਹੀਂ। ਹਾਲੇਲੂਇਆ। ਇਸ ਲਈ ਅਸੀਂ ਸਾਡੇ ਕੋਲ ਇੱਕ ਉਪਾਅ ਹੈਗਾ ਜਿਹੜਾ ਦੁਨੀਆ ਦੇ ਕੋਲ ਹੈਗਾ ਨਹੀਂ, ਉਹ ਹੈਗਾ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਕੇ ਆਰਾਧਨਾ ਕਰਨੀ, ਪ੍ਰਾਰਥਨਾ ਕਰਨੀ, ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਉਹਦੇ ਚਰਨਾਂ ਵਿੱਚ। ਜਦੋਂ ਚਰਨਾਂ 'ਚ ਸਮਰਪਿਤ ਕਰਦੇ ਆ ਤੇ ਫਿਰ ਕੀ ਹੋ ਜਾਂਦਾ ਆ, ਮੈਂ ਸਭ ਕੁਝ ਕੀ ਕਰਦਾ ਆ, ਕਰ ਸਕਦਾ ਹੈ। ਔਰ ਖੁਦਾ ਚਾਹੁੰਦਾ ਆ ਕਿ ਤੂੰ ਕੀ ਕਰ ਸਕੇ, ਸਭ ਕੁਝ ਕਰ ਸਕੇ। ਆਪਣੇ ਇੱਥੇ ਇੱਕ ਕਹਾਵਤ ਸੀਗੀ ਇੰਦਰਾ ਗਾਂਧੀ ਦੇ ਜ਼ਮਾਨੇ 'ਚ, ਸਾਡੀ ਇੰਦਰਾ ਗਾਂਧੀ ਤੱਕ ਪਹੁੰਚ ਹੈ। ਅੱਜ ਕੱਲ ਇੱਕ ਕਹਾਵਤ ਹੈ ਅੱਜ ਸੈਂਟਰ ਤੱਕ ਨਾ, ਸਾਡੀ ਦਿੱਲੀ ਤੱਕ ਪਹੁੰਚ ਹੈ। ਖੁਦਾ ਦੇ ਲੋਕਾਂ ਦੇ ਕਿੱਥੇ ਪਹੁੰਚ ਹੈ। ਹਾਲੇਲੂਇਆ। ਤੇ ਜਦੋਂ ਕਈਆਂ ਨੂੰ ਸਮਝ ਨਹੀਂ ਨਾ ਇਸ ਵਰਗ ਦੀ ਪਹੁੰਚ ਕਈ ਥਾਵਾਂ ਤੇ ਕਈ ਲੋਕਾਂ ਨੂੰ ਸਮਝ ਨਹੀਂ ਆਈ ਤੇ ਖੁਦਾ ਨੇ ਉਹ ਵੀ ਸਮਝਾਤਾ। ਯਹੋਸ਼ੂਆ ਨੇ ਕਿਹਾ ਸੂਰਜ ਆਪਣੀ ਥਾਂ ਤੇ ਰੁਕ ਜਾ, ਤੇ ਉਹ ਕੀ ਹੋਏ ਭਲਾ, ਰੁਕ ਗਿਆ। ਬੰਦੇ ਦੀ ਆਵਾਜ਼ ਏਡੀ ਦੂਰ ਤੱਕ ਜਾ ਸਕਦੀ, ਪਰ ਸੂਰਜ ਨੇ ਕੀ ਕਰ ਲਈ, ਸੁਣ ਲਈ। ਹਾਲੇਲੂਇਆ ਹਾਲੇਲੂਇਆ। ਇਹਦਾ ਮਤਲਬ ਉਹਦੀ ਆਵਾਜ਼ ਨੂੰ ਪਹੁੰਚਾਉਣ ਦੇ ਲਈ ਦੂਤਾਂ ਨੇ ਕੀ ਕਰਤਾ ਭਲਾ, ਰਾਹ ਪੂਰਾ ਕਲੀਅਰ ਕਰਤਾ। ਸੂਰਜ ਨੂੰ ਸਮਝ ਆ ਜਾਵੇ ਕੋਈ ਰੱਬ ਦਾ ਬੰਦਾ ਬੋਲਿਆ, ਵੱਡੀ ਅੱਗ ਵਾਲਾ ਬਣਿਆ ਫਿਰਦਾ, ਜਿੰਨੀ ਵੀ ਅੱਗ ਹੈ ਤਿੰਨੀਆਂ ਵੀ ਤੇਰੇ ਲਪਟਾਂ ਇਹਦੇ ਸਮੇਤ ਹੀ ਕਿੱਥੇ ਖੜਾ ਰਹਿਣਾ ਹੈ, ਆਪਣੀ ਥਾਂ ਤੇ ਰੁਕ ਜਾਣਾ। ਤੇ ਚੰਦਰਮਾ ਨੂੰ ਕਹਤਾ ਤੂੰ ਆਪਣੀ ਥਾਂ ਤੇ। ਹਾਲੇਲੂਇਆ। ਇਹ ਗੱਲਾਂ ਕੀ ਕਰਦੀਆਂ ਭਲਾ, ਸਾਬਤ ਕਰਦੀਆਂ ਆ ਕਿ ਸਾਡੀ ਪਹੁੰਚ ਸਵਰਗ ਤੱਕ ਆ। ਤੇ ਰਸਤੇ 'ਚ ਆਉਣ ਵਾਲੀ ਕੋਈ ਵੀ ਚੀਜ਼ ਸਾਨੂੰ ਰੋਕ ਸਕਦੀ ਰੋਕ ਨਹੀਂ ਸਕਦੀ। ਹਾਲੇਲੂਇਆ। ਇਹ ਤਾਂ ਬੋਲੇ ਜਿਹੜੀ ਸਾਡੀ ਪਹੁੰਚ ਆ ਧਰਤੀ ਤੋਂ ਲੱਖ ਗੁਣਾ ਵੱਡਾ ਸੂਰਜ ਹੈ, 1 ਲੱਖ ਗੁਣਾ ਵੱਡਾ। ਹਾਲੇਲੂਇਆ। ਤੇ ਇਹ 1 ਲੱਖ ਗੁਣਾ ਜਿਹੜਾ ਵੱਡਾ ਧਰਤੀ ਤੋਂ ਸੂਰਜ ਆ, ਇਹਦਾ ਮਤਲਬ ਆ ਧਰਤੀ ਦੇ ਨਾਲੋਂ 1 ਲੱਖ ਗੁਣਾ ਯਹੋਸ਼ੂਆ ਦੀ ਪਹੁੰਚ ਵੱਧ ਗਈ ਸੀ, ਕਿਉਂਕਿ ਉਹਨੇ ਪਹੁੰਚ ਕਿੱਥੋਂ ਕਰ ਲਈ, ਧਰਤੀ ਤੋਂ 1 ਲੱਖ ਗੁਣਾ ਵੱਡੇ ਸੂਰਜ ਤੱਕ। ਸਮਝਦੇ। ਹਾਲੇਲੂਇਆ ਹਾਲੇਲੂਇਆ। ਇਸ ਲਈ ਅਸੀਂ ਸਭ ਕੁਝ ਕਰ ਸਕਦੇ ਹਾਂ ਔਰ ਉਹਦੇ 'ਚ ਖੁਦਾ ਨੇ ਆਪਣੇ ਹੀ ਬੰਦੇ ਤੋਂ ਇਹ ਕਰਵਾ ਕੇ ਦਿਖਾਇਆ। ਹਾਲੇਲੂਇਆ ਹਾਲੇਲੂਇਆ। ਔਰ ਅਸਲ ਦੇ ਵਿੱਚ ਇਹ ਜਿਹੜਾ ਬੰਦਾ ਸੀਗਾ ਇਹ ਮੂਸਾ ਦਾ ਚੇਲਾ ਸੀ। ਕਿਹੜਾ ਚੇਲਾ ਸੀਗਾ? ਮੂਸਾ ਦੀ ਅਧੀਨਗੀ ਦੇ ਵਿੱਚ ਰਹਿ ਕੇ, ਮੂਸਾ ਦਾ ਆਗਿਆਕਾਰ ਰਹਿ ਕੇ, ਮੂਸਾ ਦੇ ਕੰਮ ਨੂੰ ਸੰਭਾਲ ਕੇ, ਸੇਵਾ ਕਰਕੇ, ਉਹਨੂੰ ਪਤਾ ਹੀ ਨਹੀਂ ਇਹਦੇ ਦਰਮਿਆਨ ਉਹਦੇ ਚ ਕਿਹੜੀ ਸ਼ਕਤੀ ਐਂਟਰ ਹੁੰਦੀ ਜਾ ਰਹੀ ਹੈ। ਔਰ ਜਦੋਂ ਉਹ ਫਿਰ ਇਹ ਕਰ ਰਿਹਾ ਹੈ, ਇਹਦੇ ਦਰਮਿਆਨ ਮੂਸਾ ਦਾ ਸੇਵਕ ਹੈ। ਹਾਲੇਲੂਇਆ।
ਮੂਸਾ ਨਹੀਂ, ਉੱਥੇ ਮੂਸਾ ਦਾ ਸੇਵਕ ਇਸ ਜਗ੍ਹਾ ਤੇ ਕੰਮ ਕਰ ਰਿਹਾ ਯਹੋਸ਼ੂ, ਜਦੋਂ ਯੁੱਧ ਛਿੜ ਗਿਆ ਤਾਂ ਕਹਿੰਦਾ ਇਹ ਅੱਜ ਹੀ ਖਤਮ ਹੋਣਾ ਆ, ਸੂਰਜ ਢਲਣਾ ਚਾਹੀਦਾ, ਢਲਣਾ ਨਹੀਂ ਚਾਹੀਦਾ, ਖਤਮ ਨਹੀਂ ਹੁੰਦੀ। ਹਾਲੇਲੂਇਆ। ਸੋ ਉੱਥੇ ਹੁਣ ਜਦੋਂ ਜਿਹੜੇ ਇਹ ਵਿਦਵਾਨ ਲੋਕ ਆ, ਜਿਹੜੇ ਇਹਨਾਂ ਨੂੰ ਜਾਣਦੇ ਆ, ਗ੍ਰਹਿਾਂ ਨੂੰ, ਗਲੈਕਸੀਆਂ ਨੂੰ, ਇਹਨਾਂ ਦੀਆਂ ਸਪੀਡਾਂ ਨੂੰ, ਇਹਨਾਂ ਦੇ ਸਿਸਟਮ ਨੂੰ, ਤੇ ਉਹਨਾਂ ਦੇ ਹਿਸਾਬ ਦੇ ਨਾਲ ਸੂਰਜ ਇਕੱਲਾ ਹੀ ਰੁਕ ਸਕਦਾ ਨਹੀਂ। ਸੂਰਜ ਇਕੱਲਾ ਰੁਕੂਗਾ, ਪਿੱਛੇ ਬੜੀ ਟ੍ਰੈਫਿਕ ਤੇਜ਼ ਆ, ਧੜਾ ਹੋ ਜਾਣੀ ਸੀ। ਹਾਲੇਲੂਇਆ। ਹੁਣ ਮੰਨ ਲਓ ਇੱਥੇ 100 ਸਪੀਡ ਤੇ ਮੰਨ ਲਓ ਚੱਲਦੀਆਂ ਗੱਡੀਆਂ, ਜਦੋਂ ਇੱਕ ਗੱਡੀ ਵਿੱਚ ਬ੍ਰੇਕ ਮਾਰਦੀ ਤੇ ਪਿੱਛੇ ਕਿੰਨੀਆਂ ਟੁੱਕਦੀਆਂ ਆ ਕੇ, ਉਹ ਜਿੰਨਾ ਮਰਜ਼ੀ ਕੰਟਰੋਲ ਕਰ ਲੈਣ। ਇੱਕ ਵਾਰੀ ਦੁਬਈ 'ਚ ਸੀਗੇ, ਪਤਾ ਨਹੀਂ ਕਿੰਨੀਆਂ ਸੈਂਕੜੇ ਗੱਡੀਆਂ ਇੱਕ ਦੂਜੇ 'ਚ ਠੁੱਕ ਗਈਆਂ। ਹਾਲੇਲੂਇਆ। ਸੋ ਜੇ ਇਹ ਇਦਾਂ ਹੋ ਜਾਵੇ, ਇਹਦਾ ਮਤਲਬ ਇਹ ਸੂਰਜ ਨਹੀਂ ਰੁਕਿਆ, ਪੂਰੀ ਗਲੈਕਸੀ ਦਾ ਸਿਸਟਮ ਹੈ, ਆਕਾਸ਼ ਦਾ ਸਿਸਟਮ ਕੀ ਹੋ ਗਿਆ, ਆਪਣੀ ਆਪਣੀ ਥਾਂ ਤੇ ਰੁਕ ਗਿਆ। ਸੋ ਇਦਾਂ ਦੀ ਪਹੁੰਚ ਖੁਦਾ ਨੇ ਉਸ ਬੰਦੇ ਦੇ ਵਿੱਚੋਂ ਦੀ ਦਿਖਾ ਦਿੱਤੀ ਸਾਮਰਥ, ਜਿਹੜੇ ਬੰਦੇ ਵਿੱਚ ਬਚਨ ਦਾ ਬੀਜ ਤੇ ਪਵਿੱਤਰ ਆਤਮਾ ਜਿਹਦੇ ਅੰਦਰ ਹੈਗੀ ਨਹੀਂ ਸੀ। ਹਾਲੇਲੂਇਆ। ਤੇ ਸਾਡੇ ਲਈ ਕਿੰਨਾ ਹੈ, ਕੀ ਕੁਛ ਨਹੀਂ ਗਾ। ਸਿਰਫ ਆਪਣੇ ਕੋ ਇਹ ਹੋ ਕਿਉਂ ਨਹੀਂ ਰਿਹਾ, ਆਪਾਂ ਇਦਾਂ ਦੇ ਸਿਸਟਮ ਦੇ ਵਿੱਚ ਆ ਕਿਉਂ ਨਹੀਂ ਰਹੇ, ਕਿਉਂਕਿ ਸਾਡੇ 'ਚ ਕੁਝ ਅਭਿਲਾਸ਼ਾਵਾਂ ਹੈਗੀਆਂ ਜਿਹੜੀਆਂ ਆਪਾਂ ਛੱਡਣੀਆਂ ਚਾਹੁੰਦੇ ਨਹੀਂ, ਤੇ ਖੁਦਾ ਵੀ ਫਿਰ ਸਾਡੇ ਵਿੱਚੋਂ ਆਪਣੀ ਸਾਮਰਥ ਨੂੰ ਜ਼ਾਹਰ ਕਰਨਾ ਚਾਹੁੰਦਾ ਨਹੀਂ, ਪਰ ਆਪਾਂ ਇਹਨਾਂ ਦਿਨਾਂ 'ਚ ਕੀ ਬਣਾ ਲਈਏ, ਮਨ ਬਣਾ ਲਈਏ। ਹਾਲੇਲੂਇਆ। ਆ ਜਾਓ ਹਾਲੇਲੂਇਆ। दूसरा करंथियां 4 अध्याय 6 आए। इसलिए कि परमेश्वर ही है जिसने कहा कि अंधकार में से ज्योति चमके, और वही हमारे हृदयों में चमका कि परमेश्वर की महिमा की पहचान की ज्योति यीशु मसीह के चेहरे से प्रकाशमान हो। हाँ, हालेलुया। ਉੱਪਰ ਆਪਾਂ ਨੂੰ ਕਿਹਾ ਗਿਆ ਹੈ ਕਿ ਪੁੱਤਰ ਦੇ ਸਰੂਪ ਤੇ ਹੋਣਾ ਹੈ, ਔਰ ਪੁੱਤਰ ਦੇ ਸਰੂਪ ਤੇ ਕਿਉਂ ਹੋਣਾ ਹੈ, ਕਿਉਂਕਿ ਪੁੱਤਰ ਵਿੱਚ ਪਿਤਾ ਦੀ ਮਹਿਮਾ ਹੈ, ਔਰ ਪਿਤਾ ਦੀ ਮਹਿਮਾ ਹੋਣ ਕਾਰਨ ਪੁੱਤਰ ਦੇ ਵਿੱਚ ਪਰਮੇਸ਼ਰ ਦੀ ਸਾਰੀ ਸੰਪੂਰਨਤਾ ਵੀ ਆ। ਇਹ ਸੰਪੂਰਨਤਾ ਆ ਇਸੇ ਲਈ ਕਿਉਂਕਿ ਸਾਡੀ ਕਿਉਂਕਿ ਪੁੱਤਰ ਹੀ ਸਾਡੀ ਮਹਿਮਾ ਦੀ ਆਸ਼ਾ ਵੀ ਹੈ। ਇਸ ਲਈ ਪੁੱਤਰ ਸਾਡੀ ਮਹਿਮਾ ਦੀ ਕੀ ਆ, ਆਸ਼ਾ ਹੈ, ਜਿਹਦੇ ਵਿੱਚ ਪਿਤਾ ਦੀ ਸੰਪੂਰਨਤਾ ਹੈ। ਔਰ ਉਸ ਤੋਂ ਬਾਅਦ ਆਪਾਂ ਦੇਖਿਆ ਉਸ ਦੀ ਸਾਮਰਥ ਹੋਣ ਦੇ ਕਾਰਨ, ਜਿਹਦੇ ਵਿੱਚ ਇਹ ਸਭ ਕੁਝ ਹੈ, ਉਹਦੀ ਸਾਮਰਥ ਮੇਰੇ ਵਿੱਚ ਹੋਣ ਦੇ ਕਾਰਨ ਮੈਂ ਸਭ ਕੁਝ ਕਰ ਸਕਦਾ ਹਾਂ। ਹਾਲੇਲੂਇਆ। ਤੇ ਜਦੋਂ ਮੈਂ ਸਭ ਕੁਝ ਕਰ ਸਕਦਾ ਹਾਂ, ਤੇ ਹੁਣ ਲਿਖ ਲਓ, ਮਹਿਮਾ ਦੀ ਪਹਿਚਾਨ ਦੀ ਜੋਤੀ ਮਸੀਹ ਦੇ ਚਿਹਰੇ ਤੋਂ ਪ੍ਰਗਟ ਹੁੰਦੀ ਹੈ। ਜੇਕਰ ਪਰਮੇਸ਼ਰ ਦੀ ਮਹਿਮਾ ਦੀ ਜੋਤ ਨੂੰ ਪਹਿਚਾਨਣਾ ਆ, ਪਰਮੇਸ਼ਰ ਦੀ ਮਹਿਮਾ ਦੇ ਜਲਾਲ ਨੂੰ ਪਹਿਚਾਨਣਾ ਆ, ਤਾਂ ਕਿੱਥੋਂ ਦੀ ਆ ਭਲਾ, ਯਿਸੂ ਮਸੀਹ ਦੇ ਚਿਹਰੇ ਤੋਂ। ਹਾਂ, ਹਾਲੇਲੂਇਆ। ਯਿਸੂ ਮਸੀਹ ਦੇ ਚਿਹਰੇ ਤੋਂ ਕੀ ਹੁੰਦੀ ਆ, ਪ੍ਰਕਾਸ਼ਿਤ ਹੁੰਦੀ ਹੈ। ਹਾਲੇਲੂਇਆ। ਯਿਸੂ ਮਸੀਹ ਦੇ ਚਿਹਰੇ ਤੋਂ ਪ੍ਰਕਾਸ਼ ਹੁੰਦੀ ਹੈ। ਕਿ ਕਿਹਦੀ ਜੋਤੀ ਭਲਾ, ਮਹਿਮਾ ਦੀ ਪਹਿਚਾਨ ਦੀ ਜੋਤੀ। ਸੋ ਇਹਦਾ ਮਤਲਬ ਸਾਡੇ ਅੰਦਰ ਇੱਕ ਪਹਿਚਾਨ ਆਉਣੀ ਆ, ਪਰਮੇਸ਼ਰ ਦੀ ਮਹਿਮਾ ਦੀ ਪਹਿਚਾਨ। ਤੇ ਜੇ ਸਾਡੇ ਅੰਦਰ ਪਰਮੇਸ਼ਰ ਦੀ ਮਹਿਮਾ ਦੀ ਪਹਿਚਾਨ, ਇੱਥੇ ਬੈਠਣਾ, ਇੱਥੇ ਬੈਠ, ਮਹਿਮਾ ਦੀ ਪਹਿਚਾਨ ਦੀ ਜੋਤੀ। ਦੁਬਾਰਾ ਪੜ੍ਹੀਏ वचन, ध्यान कर देता हूं। इसलिए कि परमेश्वर ही है जिसने कहा कि अंधकार में से ज्योति चमके। हाँ, परमेश्वर ही आ ਜਿਹਨੇ ਕਿਹਾ ਕਿ ਹਨੇਰੇ ਵਿੱਚ ਕੀ ਹੋਏ, ਹਾਂ, ਇਸ ਗੱਲ ਪਹਿਲਾਂ ਆਪਾਂ ਸਮਝ ਕੇ ਚੱਲਦੇ ਇੱਥੇ ਰਹੋ। ਪਰਮੇਸ਼ਰ ਹੀ ਹੈ ਜਿਹਨੇ ਕਿਹਾ ਹਨੇਰੇ ਵਿੱਚ ਕੀ ਹੋਵੇ, ਅੰਧਕਾਰ ਵਿੱਚ ਜੋਤੀ ਚਮਕੇ। ਸਾਡਾ ਜੀਵਨ ਪਹਿਲਾਂ ਕੀ ਸੀ, ਤੇ ਕਿਹਨੇ ਚਾਹਿਆ ਜੋਤੀ ਚਮਕੇ, ਪਰਮੇਸ਼ਰ। ਹਾਲੇਲੂਇਆ। ਇਹਦਾ ਮਤਲਬ ਅੰਧਕਾਰ 'ਚ ਵੀ ਉਹ ਸਾਨੂੰ ਕੀ ਕਰਦਾ ਸੀਗਾ, ਦੇਖਦਾ ਸੀ। ਹਾਲੇਲੂਇਆ। ਭਾਵੇਂ ਇਹਦੇ ਉੱਤੇ ਅੰਧਕਾਰ ਆ, ਫਿਰ ਵੀ ਮੇਰਾ ਯਾਰ ਆ। ਹਾਲੇਲੂਇਆ। ਹਨੇਰੇ ਨੇ ਭਾਵੇਂ ਇਹਨੂੰ ਕਾਝਿਆ ਆ, ਪਰ ਮੈਂ ਇਸ ਹੀਰੇ ਨੂੰ ਕੀ ਕਰਦਾ ਆ, ਜਾਣਦਾ। ਹਾਲੇਲੂਇਆ। ਔਰ ਉਹਨੇ ਇੱਛਾ ਜ਼ਾਹਰ
शैतान ने तो सोचा भी काम मेरा की है भला हो गया, पर ਉਹਨੂੰ ਇਹ ਨਹੀਂ ਪਤਾ ਜਿਹਨੂੰ ਇਹਨੇ ਫੁਸਲਾ ਕੇ ਬਹਿਕਾ ਕੇ ਇਹਦੇ ਕੋਲ ਗਲਤੀ ਕਰਵਾ ਲਈ ਆ ਤੇ ਇਹਦੇ ਕਾਰਨ ਹੀ ਹੁਣ ਇਹਨੇ ਕੀ ਹੋਣਾ ਆ, ਪਹਿਲੇ ਨਾਲੋਂ ਉੱਚੀਆਂ ਮਕਾਮਾਂ ਤੇ ਬਹਿਣਾ ਹੀ। ਹਾਲੇਲੂਇਆ। ਪਹਿਲਾਂ ਇਸ ਆਦਮ ਨੂੰ ਕੱਲਾ ਅਦਨ ਚ ਹੀ ਰੱਖਿਆ ਸੀਗਾ। ਅਦਨ ਆ ਦੇਖੋ ਆ ਕੀ ਆ ਭਲਾ, ਅਦਨ ਚ ਰੱਖਿਆ ਸੀਗਾ। ਹਾਲੇਲੂਇਆ। ਤੇ ਹੁਣ ਜਦੋਂ ਹਨੇਰੇ ਚੋਂ ਕੱਢਿਆ ਤੇ ਕਿੱਥੇ ਰੱਖਿਆ? ਸਵਰਗ ਚ। ਕਿੱਥੇ ਚੱਕਿਆ ਆ? ਅਦਨ ਤੋਂ ਕਿੱਥੇ ਰੱਖਿਆ? ਹਾਲੇਲੂਇਆ। ਪਹਿਲਾਂ ਅਦਨ ਵਾਲੀ ਮਹਿਮਾ ਆ, ਹੁਣ ਕਿਹੜੀ ਮਹਿਮਾ ਆ ਭਲਾ? ਸਵਰਗ ਵਾਲੀ ਮਹਿਮਾ। ਗੱਲ ਸਮਝ ਆ ਰਹੀ ਕਿਸੇ ਨੂੰ? ਪਰਮੇਸ਼ਰ ਹੀ ਆ ਜਿਹਨੇ ਕਿਹਾ ਹਨੇਰੇ ਵਿੱਚ ਕੀ ਹੋ ਜਵੇ ਭਲਾ? ਜੋਤੀ ਚਮਕੇ। ਇਹਦਾ ਮਤਲਬ ਇਹ ਇੱਛਾ ਪਰਮੇਸ਼ਰ ਨੇ ਜ਼ਾਹਰ ਕੀਤੀ ਆ, ਹਨੇਰੇ ਵਿੱਚ ਜੋਤੀ ਚਮਕੇ। ਹਾਂ ਤੇ ਬੇਟਾ और वही हमारे हृदयों में चमका। ਉਹ ਹੀ ਕਿਵੇਂ ਆ? ਸਾਡੇ ਹਿਰਦਿਆਂ 'ਚ ਚਮਕਿਆ। ਉਹ ਪਰਮੇਸ਼ਰ ਨੇ ਕਿਹਾ ਜੋਤੀ ਹੋਵੇ ਤੇ ਪਰਮੇਸ਼ਰ ਹੀ ਸਾਡੇ ਦਿਲਾਂ ਵਿੱਚ ਕੀ ਹੋ ਗਿਆ ਭਲਾ? ਚਮਕਿਆ। ਹਾਲੇਲੂਇਆ। ਸਾਡੇ ਤੇ ਜੋਤੀ ਬਾਹਰੋਂ ਦੀ ਨਹੀਂ ਪਾਈ, ਕਿੱਥੋਂ ਦੀ ਪਾਈ ਭਲਾ? ਵਿੱਚੋਂ ਦੀ ਪਾਈ ਹੈ। ਹਾਲੇਲੂਇਆ। ਤਾਂ ਕਿ ਸਾਡਾ ਸਰੀਰ, ਪ੍ਰਾਣ, ਆਤਮਾ ਕੀ ਹੋ ਜਵੇ ਭਲਾ? ਪੂਰੀ ਤਰ੍ਹਾਂ ਜਲਾਲ ਦੇ ਨਾਲ ਭਰ ਜਾਏ, ਉਹਦੇ ਪ੍ਰਕਾਸ਼ ਦੇ ਨਾਲ ਭਰ ਜਾਏ। ਇਸ ਬੈਂਗਣੀ ਰੰਗ ਦੇ ਨਾਲ ਕੀ ਹੋ ਜਾਵੇ ਭਲਾ? ਭਰ ਜਾਏ। ਹਾਲੇਲੂਇਆ। ਇਸ ਬੈਂਗਣੀ ਰੰਗ ਦੇ ਨਾਲ ਅਸੀਂ ਭਰ ਜਾਈਏ। ਉਹਦੇ ਲਈ ਖੁਦਾ ਨੇ ਚਾਹਿਆ ਕਿ ਮੇਰੇ ਈਸ਼ਵਰਤਵ ਦੀ ਮਹਿਮਾ ਦੀ ਸਾਂਝ ਜਿਹੜੀ ਆ ਨਾ, ਮੈਂ ਇਸੇ ਆਦਮ ਨਾਲ ਪਾਉਣੀ ਆ ਜਿਹੜਾ ਡਿੱਗਿਆ। ਹਾਲੇਲੂਇਆ। ਉਹ ਆਪਣੀ ਇੱਛਾ ਕਾਰਨ ਡਿੱਗਿਆ ਆ, ਪਰ ਮੇਰੀ ਇੱਛਾ ਆ ਉਹ ਡਿੱਗਿਆ ਰਹੂਗਾ ਨਹੀਂ। ਹਾਲੇਲੂਇਆ। ਔਰ ਇਹ ਜਿਹੜਾ ਡਿੱਗਿਆ ਆ, ਇਹਨੂੰ ਇਹਦੇ ਡਿੱਗਣ ਦਾ ਵੀ ਸਾਰਾ ਭੁਗਤਾਨ ਕਰਨਾ ਪਊਗਾ। ਇਸੇ ਲਈ ਬਚਨ ਦੱਸਦਾ, ਹੇ ਯਾਕੂਬ ਕੀੜੇ, ਮੈਂ ਤੈਨੂੰ ਮਾਫ ਕਰੂੰਗਾ ਪਰ ਤੈਨੂੰ ਸਜ਼ਾ ਦਿੱਤੇ ਬਗੈਰ ਛੱਡੂੰਗਾ ਨਹੀਂ। ਹਾਲੇਲੂਇਆ। ਸੋ ਜਿਹੜੀ ਤੂੰ ਕੀਤੀ ਆ ਨਾ, ਉਹਦਾ ਤੈਨੂੰ ਭੁਗਤਾਨ ਵੀ ਕਰਨਾ ਪਊਗਾ। 6000 ਸਾਲ ਕਿੰਨੇ ਟਾਈਮ ਤੱਕ ਕਰਦਾ ਰਿਹਾ? ਹਜੇ ਤੱਕ ਵੀ ਕੀ ਕਰ ਰਿਹਾ ਭਲਾ? ਆਦਮ ਦੀ ਪੀੜ੍ਹੀ ਹਜੇ ਤੱਕ ਉਹ ਭੁਗਤ ਰਹੀ ਹੈ। ਇਸ ਲਈ ਉਸ ਖੁਦਾ ਨੇ ਕੀ ਕੀਤਾ? ਚਾਹਿਆ ਕਿ ਹਨੇਰੇ ਵਿੱਚ ਕੀ ਹੋਵੇ? ਜੋਤੀ ਚਮਕੇ। ਤੇ ਉਹੋ ਹੀ ਸਾਡੇ ਦਿਲਾਂ ਵਿੱਚ ਕੀ ਹੋ ਗਿਆ? ਚਮਕ ਗਿਆ। ਹਾਲੇਲੂਇਆ। ਯਾਨੀ ਕਿ ਜਿੱਥੇ ਜਾ ਕੇ ਸ਼ੈਤਾਨ ਨੇ ਸੋਚ ਪਾ ਕੇ ਸੋਚ ਬੰਦ ਕੀਤਾ ਨਾ, ਉਸੇ ਹੀ ਸੋਚ ਦੇ ਵਿੱਚ ਜਾ ਕੇ ਪਰਮੇਸ਼ਰ ਨੇ ਸੋਚ ਨੂੰ ਕੀ ਕਰਤਾ? ਚਾਲੂ ਕਰਤਾ। ਹਾਲੇਲੂਇਆ। ਹਾਲੇਲੂਇਆ। ਇਹ ਤਾਂ ਸਮਝ ਲਓ ਇੱਕ ਬਲਬ ਦਾ ਕੰਮ ਹੀ ਸੀ ਇਹਦਾ। ਆਦਮ ਦਾ ਕੰਮ ਕੀ ਸੀਗਾ? ਬਲਬ ਦਾ। ਸੋਚ ਕੇ ਨਾ ਕਿਹਨਾਂ ਕੋਲ ਗਿਆ? ਖੁਦਾ ਤੋਂ ਕਿਹਦੇ ਕੋਲ ਚਲਾ ਗਿਆ? ਸ਼ੈਤਾਨ ਕੋਲ। ਸ਼ੈਤਾਨ ਤੋਂ ਫਿਰ ਕਿਹਦੇ ਕੋਲ ਚਲਾ ਗਿਆ? ਖੁਦਾ ਕੋਲ। ਹਾਲੇਲੂਇਆ। ਪਰ ਇਸ ਸੋਚ ਤੇ ਜ਼ਬਰਦਸਤੀ ਖੁਦਾ ਨੇ ਕਰਨੀ ਚਾਹੀਦੀ। ਜੇ ਉਹ ਬੁਝਾਉਣ ਆਇਆ ਤੇ ਉਹਨੂੰ ਬੁਝਾਉਣ ਦਿੱਤਾ। ਨਹੀਂ ਬੁਝਾਉਣ ਦਿੱਤਾ, ਆਜ਼ਾਦ ਇੱਛਾ ਚ ਬੁਝਾਉਣ ਦਿੱਤਾ ਆ। ਪਰ ਜਦੋਂ ਇਹਨੂੰ ਬੁਝੇ ਹੋਏ ਦੇ ਵਿੱਚ ਇਹਨੇ ਦੇਖਿਆ ਕਿ ਬਹੁਤ ਮਾੜੀ ਹਾਲਤ ਹੈ, ਕੁਝ ਵੀ ਨਜ਼ਰ ਆਉਂਦਾ ਨਹੀਂ, ਤੇ ਰੱਬ ਨੂੰ ਵੀ ਆਪਣੀ ਮਰਜ਼ੀ ਦਾ ਇਹਨੇ ਸਮਝ ਲਿਆ। ਸੱਪ ਨੂੰ ਵੀ ਇਹਨੇ ਰੱਬ ਕਹਿਣਾ ਸ਼ੁਰੂ ਕਰਤਾ, ਦਰਖਤ ਨੂੰ, ਨਦੀਆਂ ਨੂੰ, ਪਹਾੜਾਂ ਨੂੰ, ਸਾਰਿਆਂ ਨੂੰ ਰੱਬ ਕਹਿਣਾ ਸ਼ੁਰੂ ਕਰਤਾ, ਕਿਉਂਕਿ ਪਤਾ ਹੀ ਨਹੀਂ ਲੱਗਦਾ ਹਨੇਰੇ ਵਿੱਚ ਕੀ ਆ। ਜਿਹੜਾ ਹੱਥ ਆਇਆ ਉਹੀ ਰੱਬ ਆ। ਹਾਲੇਲੂਇਆ। ਬਾਅਦ ਚ ਜਦੋਂ ਉਹਨਾਂ ਨੂੰ ਯੂਜ਼ ਕੀਤਾ ਨਾ, ਰੱਬਾਂ ਨਾਲ ਸਾਂਝ ਪਾਈ, ਤੇ ਅੰਦਰ ਤਾਂ ਕੁਝ ਵੀ ਉਹ ਜਿਹੜੀ ਦਇਆ, ਉਹ ਪਿਆਰ ਰਿਹਾ ਨਹੀਂ। ਫਿਰ ਇਹਨੂੰ ਯਾਦ ਆਇਆ ਕਿ ਉਹ ਤਾਂ ਪਿਆਰ ਦਾ ਭਰਿਆ ਹੋਇਆ ਖੁਦਾ ਹੈ, ਕਿਤੇ ਉਹ ਮੈਨੂੰ ਮਿਲ ਜੇ। ਹਾਲੇਲੂਇਆ। ਸੋ ਜਿਨ੍ਹਾਂ ਦੇ ਮਨ ਵਿੱਚ ਉਹਦੀ ਚਾਹਤ ਆਈ, ਖੁਦਾ ਨੇ ਇਸ ਸੰਸਾਰ ਵਿੱਚ ਉਹਨਾਂ ਦੇ ਉੱਤੇ ਜੋਤੀ ਕੀ ਕਰਤੀ ਭਲਾ? ਚਮਕਾ। ਉਹ ਚਾਹੇ ਹਿੰਦੂ ਸੀ, ਮੁਸਲਮਾਨ ਸੀ, ਸਿੱਖ ਸੀ ਜਾਂ ਈਸਾਈ ਸੀ, ਉਹ ਰਾਜਾ ਸੀ, ਵਜ਼ੀਰ ਸੀ, ਫਕੀਰ ਸੀ, ਚੋਰ ਸੀ, ਠੱਗ ਸੀ, ਜਿਹਦੀ ਵੀ ਮਨ 'ਚ ਸੋਚ ਆਈ ਕਿ ਖੁਦਾ ਮੰਦਿਰਾਂ ਵਿੱਚ ਵਸਦਾ ਨਹੀਂ, ਜਾਂ ਖੁਦਾ ਮੂਰਤਾਂ ਵਿੱਚ ਵਸਦਾ ਨਹੀਂ।
ਹਾਲੇਲੂਇਆ। हालेलुया। ਸੋ ਉਹਨਾਂ ਦੇ ਉੱਤੇ ਖੁਦਾ ਨੇ ਆਪਣੀ ਜੋਤੀ ਚਮਕਾਈ। ਹਾਲੇਲੂया। ਪੜੋ 12 ਜੋ ਸ਼ੁਰੂ ਤੋਂ। इसलिए हम्म। कि परमेश्वर ही है हाँ। जिसने कहा हाँ। कि अंधकार में से ज्योति चमके ਚਮਕੇ। और वही हमारे हृदयों में चमका ਹਾਂ कि परमेश्वर की महिमा की पहचान ਉਹ ਸਾਡੇ ਹਿਰਦਿਆਂ ਦੇ ਉੱਤੇ, ਦਿਲਾਂ ਦੇ ਉੱਤੇ, ਮਨਾਂ ਤੇ ਕਿਉਂ ਚਮਕਿਆ ਆ? ਕਿ ਪਰਮੇਸ਼ਰ ਦੀ ਪਹਿਚਾਨ ਦੀ, ਮਹਿਮਾ ਦੀ ਪਹਿਚਾਨ, ਸੌਰੀ ਵਚਨ ਆਪਣਾ ਚੱਲ ਰਿਹਾ ਮਹਿਮਾ। ਉਹ ਇਸ ਲਈ ਚਮਕਿਆ ਕਿ ਪਰਮੇਸ਼ਰ ਦੀ ਮਹਿਮਾ ਦੀ ਪਹਿਚਾਨ ਦੀ ਜੋਤੀ। ਕਿਉਂਕਿ ਮਹਿਮਾ ਜਿਹੜੀ ਆ ਇਹ ਕਿਹਦੇ ਕੋਲ ਹੈਗੀ ਆ? ਹਨੇਰੇ ਦੇ ਸ਼ਾਸਕ ਜਿਹੜੇ ਆ ਉਹਨਾਂ ਦੇ ਕੋਲ ਵੀ ਕੀ ਹੈਗੀ ਆ? ਜੋਤੀ ਹੈਗੀ ਆ। ਪਰ ਜਿੰਨੀ ਦੇਰ ਤੱਕ ਸਾਡੇ ਦਿਲਾਂ ਵਿੱਚ ਉਹ ਚਮਕਦਾ ਨਹੀਂ, ਓਨੀ ਦੇਰ ਤੱਕ ਸਾਨੂੰ ਜੋਤੀ ਦੀ ਵੀ ਪਹਿਚਾਨ ਹੋ ਸਕਦੀ ਨਹੀਂ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਕਦੋਂ ਆਪਣੇ ਅੱਖਾਂ ਤੋਂ ਪੜਦਾ ਗਿਆ? ਜਦੋਂ ਉਹਨੇ ਜੋਤ ਚਮਕਾਈ, ਫੇਰ ਸਾਨੂੰ ਪਤਾ ਲੱਗਾ ਅਸਲ ਖੁਦਾ ਹੈਗਾ ਕੀ ਆ, ਅਸਲ ਖੁਦਾ ਦੀ ਰਜ਼ਾ ਕੀ ਆ, ਤੇ ਮੈਂ ਕੀ ਆ, ਤੇ ਮੈਂ ਕਿੱਥੇ ਆ, ਮੈਂ ਕਿੱਥੇ ਹੋਣਾ ਚਾਹੀਦਾ ਸੀ। ਇਹ ਕਦੋਂ ਪਤਾ ਲੱਗਾ? ਜਦੋਂ ਉਹਨੇ ਸਾਡੇ ਹਿਰਦਿਆਂ ਦੇ ਵਿੱਚ, ਮਨਾਂ ਦੇ ਵਿੱਚ ਕੀ ਕਰਤੀ? ਜੋਤੀ ਚਮਕਾਈ, ਮਹਿਮਾ ਦੀ ਪਹਿਚਾਨ ਦੀ ਜੋਤੀ, ਤਾਂ ਕਿ ਇਹਨੂੰ ਜਲਾਲ ਦੇ ਹਿੱਸਿਆਂ ਦੇ ਬਾਰੇ ਪਤਾ ਲੱਗ ਜਾਏ, ਇਹਨੂੰ ਜੋਤ ਦੇ ਬਾਰੇ ਪਤਾ ਲੱਗ ਜਾਏ, ਸੱਚੀ ਜੋਤ ਕੀ ਹੈ ਤੇ ਝੂਠੀ ਜੋਤ ਕੀ ਆ। ਹਾਲੇਲੂਇਆ। ਹਾਂਜੀ ਹਾਂ। महिमा की पहचान की ज्योति हाँ। यीशु मसीह के चेहरे से प्रकाशमान हो। ਹਾਂ ਹਾਲੇਲੂਇਆ। ਸੋ ਇਹ ਜਿਹੜੀ ਅਸਲੀ ਜੋਤੀ ਆ, ਮਹਿਮਾ ਦੀ ਪਹਿਚਾਨ ਦੀ ਜੋਤੀ ਆ, ਕਿਹਦੇ ਚਿਹਰੇ ਤੋਂ ਪ੍ਰਕਾਸ਼ਮਾਨ ਹੋਣੀ ਆ? ਯਿਸੂ ਮਸੀਹ ਦੇ। ਇਸੇ ਲਈ ਕਿਹਾ ਯਿਸੂ ਮਸੀਹ ਵੱਲ ਕੀ ਕਰਦੇ ਰਹੋ? ਤੱਕਦੇ ਰਹੋ। ਜਿਹੜਾ ਸਿੱਧ ਕਰਨ ਵਾਲਾ ਤੇ ਸੰਪੂਰਨ ਕਰਨ ਵਾਲਾ ਤੇ ਵਿਸ਼ਵਾਸ ਦਾ ਕਰਤਾ ਆ, ਉਹਦੇ ਵੱਲ ਕੀ ਕਰਦੇ ਰਹੋ? ਤੱਕਦੇ ਰਹੋ। ਤੇ ਉਹਦੇ ਵੱਲ ਤੱਕੋਗੇ ਤੇ ਤੁਹਾਨੂੰ ਜੋਤੀ ਦੀ ਕੀ ਹੋ ਜਾਊਗੀ? ਪਹਿਚਾਨ ਹੋ ਜਾਊਗੀ। ਜਲਾਲ ਦੀ ਕੀ ਹੋ ਜਾਊਗੀ? ਪਹਿਚਾਨ ਹੋ ਜਾਊਗੀ। ਹਾਲੇਲੂਇਆ। ਇਹਦਾ ਮਤਲਬ ਉਹਦੇ ਵੱਲ ਤੱਕੋਗੇ, ਉਹਦੇ ਚਿਹਰੇ ਵੱਲ ਦੇਖੋਗੇ, ਤੇ ਇਹ ਰੰਗ ਜਿਹੜਾ ਬੈਂਗਣੀ ਆ ਇਹ ਸਾਡੇ ਤੇ ਆਉਣਾ ਆ। ਇਹ ਬੈਂਗਣੀ ਰੰਗ ਕਦੋਂ ਆਉਣਾ ਜੀ? ਹਾਲੇਲੂਇਆ। ਪਰ ਬਿੱਟੂ ਦੀ ਵੀ ਕੁੜੀ ਆ ਬੈਂਗਣੀ ਰੰਗ ਦਾ ਪਾ ਕੇ ਆਈ ਹੈ ਵਿੱਚ ਨਹੀਂ, ਤਾਂ ਕਿ ਪਹਿਚਾਨ ਹੋ ਜਾਏ ਸਾਰਿਆਂ ਨੂੰ। ਹਾਲੇਲੂਇਆ। ਇਧਰੋਂ ਡਾਕਟਰ ਦੇ ਘਰੋਂ ਵੀ ਹੈ, ਵਿਲਸਨ ਦੇ ਘਰੋਂ ਵੀ। ਹਾਲੇਲੂਇਆ। ਸੋ ਕਹਿੰਦੇ ਮਤਲਬ ਹੁਣ ਥੋੜਾ ਥੋੜਾ ਰੰਗਾਂ ਦੀ ਨਾ ਪਹਿਚਾਨ ਹੋਣੀ ਸ਼ੁਰੂ ਹੋ ਗਈ ਆ। ਹਾਲੇਲੂਇਆ। ਸੋ ਆ ਜਾ ਦੇਖੋ, ਮਹਿਮਾ ਦੀ ਪਹਿਚਾਨ ਦੀ ਜੋਤੀ ਮਸੀਹ ਦੇ ਚਿਹਰੇ ਤੋਂ ਪ੍ਰਗਟ ਹੁੰਦੀ ਹੈ। ਅਸੀਂ ਹੁਣ ਜਿਹਦੇ ਵੱਲ ਦੇਖ ਰਹੇ ਹਾਂ ਉਹਦੇ ਚਿਹਰੇ ਤੋਂ ਸਾਨੂੰ ਕੀ ਮਿਲਣਾ ਹੈ? ਪ੍ਰਕਾਸ਼ ਮਿਲਣਾ। ਹਾਲੇਲੂਇਆ। ਔਰ ਉਹਦੇ ਚਿਹਰੇ ਤੋਂ ਪ੍ਰਕਾਸ਼ ਜਦੋਂ ਮੈਂ ਪਾਉਣਾ ਆ, ਤੇ ਜਿੱਦਾਂ ਹੀ ਉਹਦਾ ਚਿਹਰਾ ਮੇਰੇ ਤੇ ਪ੍ਰਕਾਸ਼ ਹੋ ਰਿਹਾ ਆ, ਤੇ ਦੁਨੀਆ ਮੇਰੇ ਲਈ ਕੀ ਲੈ ਕੇ ਖੜੀ ਆ ਭਲਾ? ਪੱਥਰ। ਹਾਲੇਲੂਇਆ। ਕੀ ਲੈ ਕੇ ਖੜੀ ਆ? ਪੱਥਰ। ਇਸ ਦੇਹ ਨੇ ਅਗਰ ਪ੍ਰਕਾਸ਼ਮਾਨ ਹੋਣਾ ਤੇ ਇਹਨਾਂ ਦੇ ਪੱਥਰ ਕੀ ਕਰਨੇ ਪੈਣੇ ਆ? ਸਹਿਣੇ ਪੈਣੇ। ਤੇ ਥੱਪੜ ਵੀ ਕੀ ਕਰਨੇ ਪੈਣੇ ਆ? ਸਹਿਣੇ ਪੈਣੇ ਆ। ਥੁੱਕ ਵੀ ਕੀ ਕਰਨੇ ਪੈਣੇ ਆ? ਸਹਿਣੇ ਪੈਣੇ। ਕੋੜੇ ਵੀ ਕੀ ਕਰਨੇ ਪੈਣੇ ਆ? ਗਾਲਾਂ ਵੀ ਕੀ ਕਰਨੀਆਂ ਪੈਣੀਆਂ ਆ? ਹਾਲੇਲੂਇਆ। ਜੇ ਮੇਰੇ ਤੇ ਉਹ ਚਮਕੂਗਾ ਤੇ ਦੁਨੀਆ ਜੋ ਮਰਜੀ ਮੇਰੇ ਤੇ ਮਾਰੇ ਤੇ ਮੈਨੂੰ ਕੋਈ ਫਰਕ ਪੈਣ ਵਾਲਾ ਨਹੀਂ। ਜਿੱਦਾਂ ਤੁਹਾਨੂੰ ਇੱਕ ਮਿਸਾਲ ਦਿੱਤੀ ਸੀਗੀ ਦੁਲਹਨ ਦੇ ਵਿਸ਼ੇ ਵਿੱਚ, ਕਿ ਜਦੋਂ ਅਸੀਂ ਪਰਫਿਊਮ ਯੂਜ਼ ਕਰਦੇ ਨਾ, ਪਰਫਿਊਮ ਜਿਹੜੀ ਇਤਰ ਦੀ ਸ਼ੀਸ਼ੀ ਆ, ਜਿਹੜੀ ਖੁਸ਼ਬੂਦਾਰ ਇਤਰ ਦੀ ਸ਼ੀਸ਼ੀ ਆ, ਉਹਨੂੰ ਚਾਹੇ ਗੁੱਸੇ ਨਾਲ ਨੱਪੋ, ਉਹਨੇ ਕੀ ਛੱਡਣਾ ਆ? ਇਤਰ ਛੱਡਣਾ, ਖੁਸ਼ਬੂ ਛੱਡਣੀ, ਕਹਿਣ ਦਾ ਬਸ ਖੁਸ਼ਬੂ ਛੱਡਣੀ ਆ। ਤੇ ਉਹਨੂੰ ਜੇ ਪਿਆਰ ਨਾਲ ਨੱਪੋਗੇ ਤਾਂ ਵੀ ਕੀ ਛੱਡਣੀ ਆ? ਉਹਨੂੰ ਚੱਕ ਕੇ ਮਾਰੋਗੇ, ਤੋੜ ਦੋਗੇ ਤਾਂ ਵੀ ਉਹਨੇ ਕੀ ਛੱਡਣੀ ਆ? ਕਿਉਂਕਿ ਉਹ ਚ ਕੀ ਆ ਗਈ ਆ? ਖੁਸ਼ਬੂ ਆ ਗਈ। ਹਾਲੇਲੂਇਆ। ਸੋ ਸਾਡੇ ਵਿੱਚ ਵੀ ਜਦੋਂ ਜਲਾਲ ਆ ਜਾਊਗਾ ਤੇ ਅਸੀਂ ਕੀ ਛੱਡਣਾ ਆ? ਜਲਾਲ ਹੀ ਛੱਡਣਾ, ਜਲਾਲ ਹੀ ਛੱਡਣਾ। ਇੱਕ ਮੂਵੀ ਬਣੀ ਹੋਈ ਹੈ, ਮੇਰੇ ਖਿਆਲ ਤੁਸੀਂ ਕਦੇ ਦੇਖੀ ਹੋਗੀ ਕਿ ਨਹੀਂ, ਇਹ ਜਿਹੜੇ ਆਪਣੇ ਨਾ ਜੰਗਲਾਂ ਦੇ ਵਿੱਚ ਰਹਿੰਦੇ ਜੰਗਲੀ ਲੋਕ, ਇਹਨਾਂ ਵਿੱਚ ਕੁਝ ਗੋਰੇ ਲੋਕ ਜਿਹੜੇ ਸੀ ਉਹ ਪ੍ਰਚਾਰ ਕਰਨ ਦੇ ਵਾਸਤੇ ਗਏ।
ਤੇ ਉਹਨਾਂ ਨੇ ਕੀ ਕੀਤਾ, ਉਹ ਗੋਰੇ ਨੂੰ ਆਪਣੇ ਨਾ ਮਾਰ ਦਿੱਤਾ। ਗੋਰੇ ਨੂੰ ਜਦੋਂ ਮਾਰ ਦਿੱਤਾ ਨਾ, ਤੇ ਜਦੋਂ ਉਹ ਮਾਰ ਰਹੇ ਸੀਗੇ ਤੇ ਉਹਨਾਂ ਨੂੰ ਅਚਾਨਕ ਹੀ ਇੱਕ ਸਵਰਗ ਦੇ ਦੂਤ ਜਿਹੜੇ ਸੀ ਆਸੇ ਪਾਸੇ ਨਜ਼ਰ ਆਏ ਥੋੜੇ ਸਮੇਂ ਵਾਸਤੇ। ਉਦੋਂ ਉਹਨਾਂ ਦੇ ਮਨ 'ਚ ਖੜਕਿਆ ਵੀ ਇਹ ਬੰਦੇ ਦਾ ਕੋਈ ਰਿਲੇਸ਼ਨ ਰੱਬ ਦੇ ਨਾਲ ਹੈ। ਤੇ ਉਹਦਾ ਹੀ ਗਾਂ ਫਿਰ ਜਾ ਕੇ ਜਦੋਂ ਮੁੰਡਾ ਉਹਨਾਂ ਦੇ ਕੋਲ ਆਇਆ ਉਸੇ ਜਗ੍ਹਾ ਤੇ ਪ੍ਰਚਾਰ ਕਰਨ ਦੇ ਵਾਸਤੇ, ਤੇ ਫਿਰ ਉਹ ਸਾਰਾ ਰਾਜ ਖੁੱਲ ਗਿਆ। ਹਾਲੇਲੂਇਆ। ਸੋ ਸਾਡੇ ਤੋਂ ਜਿਹੜਾ ਜਲਾਲ ਆ ਇਹ ਨਿਕਲਣਾ ਆ, ਤੇ ਇਹ ਕੁਝ ਖਾਣ ਨਾਲ ਨਿਕਲਣਾ ਆ। ਕਿੱਦਾਂ ਨਿਕਲਣਾ ਵੀ? ਕੁਝ ਖਾਣ ਨਾਲ ਨਿਕਲਣਾ ਆ। ਦੁਨੀਆ ਦਾ ਜੋ ਵੀ ਆਉਂਦਾ ਹੈ ਨਾ, ਇਹਨੂੰ ਖਾਣਾ ਮਾਰਾਂ ਨੂੰ ਕੀ ਕਰਨਾ ਆ? ਖਾਣਾ ਹੈ। ਖਾਵਾਂਗੇ ਤੇ ਜਲਾਲ ਨਿਕਲੂ। ਯਿਸੂ ਦੇ ਕੋੜੇ ਪਏ ਆ ਤੇ ਸਾਡੇ ਲਈ ਸ਼ਿਫਾ ਨਿਕਲਣ ਡਈ ਆ। ਇਹ ਕਿਦਾਂ ਕੋਈ ਬੰਦੇ ਦੇ ਵੀ ਪਿੰਡਾ ਛਿੱਲ ਦਿਓ ਤੇ ਦੂਸਰਾ ਬੰਦਾ ਉਹਦੇ ਵੱਲ ਧਿਆਨ ਕਰੇ, ਉਹਦੀ ਦਰਦ ਨੂੰ ਮਾੜਾ ਜਿਹਾ ਮਹਿਸੂਸ ਆਪਣੇ ਤੇ ਕਰੇ ਤੇ ਉਹ ਚੰਗਾ ਹੋ ਜਾਵੇ। ਕਦੀ ਦੁਨੀਆ ਤੇ ਹੈਗਾ ਹੁੰਦਾ ਇਹ ਤਾਂ? ਕਿੰਨਿਆਂ ਨੂੰ ਮਾਰਾਂ ਪਈਆਂ, ਕਦੀ ਕਿਸੇ ਦੀ ਮਾਰ ਦੂਸਰੇ ਦੀ ਚੰਗਾਈ ਬਣੀ। ਹਾਲੇਲੂਇਆ। ਪਰ ਯਿਸੂ ਦੀ ਬਣ ਗਈ ਤੇ ਸਾਡੀ ਵੀ ਬਣਨੀ। ਹਾਲੇਲੂਇਆ। ਸਾਡੀਆਂ ਮਾਰਾਂ ਦੂਸਰੇ ਲਈ ਚੰਗਾਈ ਬਣਨੀਆਂ ਆ, ਸਾਡੇ ਘਾਟੇ ਦੂਸਰਿਆਂ ਲਈ ਨਫੇ ਬਣਨੇ ਆ। ਪਰ ਉਹ ਜੇਕਰ ਕੰਮ ਹੋਣਾ ਆ ਤੇ ਸਾਡੇ ਵਿੱਚ ਪਰਦੇ ਦਾ ਦੂਸਰਾ ਰੰਗ ਹੋਣਾ ਹੈ। ਹਾਲੇਲੂਇਆ। ਦੂਸਰਾ ਰੰਗ ਸਾਡੇ ਵਿੱਚ ਜਾ ਆ ਜਾ। ਇੱਕ ਵਚਨ ਹੋਰ, दूसरा ग्रंथियां 4 अध्याय 4 है। और उन अविश्वासियों के लिए जिनकी बुद्धि को इस संसार के ईश्वर ने अंधी कर दी है, ताकि मसीह जो परमेश्वर का प्रतिरूप है, उसके तेजों में सुसमाचार का प्रकाश उन पर ना चमके। तेजो में सुसमाचार दा प्रकाश होना ते ना चमके। उन्हां दी बुद्धि नूं शैतान ने की करता होया? हनेरा कर दिता होया। ਅੱਜ ਬਹੁਤ ਸਾਰੀਆਂ ਭੀੜ ਵਾਲੀਆਂ ਜਦੋਂ ਆਪਾਂ ਕਲੀਸਿਆਵਾਂ ਦੇਖਦੇ ਆਂ, ਬੜੇ ਚੰਗਾਈਆਂ ਸਾਮਰਥ ਦੇ ਕੰਮ ਦੇਖਦੇ ਆਂ, ਤੇ ਅਸੀਂ ਸੋਚਦੇ ਆਂ ਵੀ ਉਹ ਤਾਂ ਬੜਾ ਵੀ ਪ੍ਰਭੂ ਦਾ ਕੰਮ ਹੋ ਰਿਹਾ। ਅਸਲ 'ਚ ਪ੍ਰਭੂ ਦਾ ਕੰਮ ਹੋ ਨਹੀਂ ਰਿਹਾ। ਸ਼ੈਤਾਨ ਨੇ ਹਜੇ ਵੀ ਉਹਨਾਂ ਦੀ ਅੱਖਾਂ ਨੂੰ ਕੀ ਕੀਤਾ ਆ? ਬੰਨਿਆ ਪਿਆ ਆ। ਕਿਉਂਕਿ ਜਦੋਂ ਤੇਜੋ ਮੇ ਸੁਸਮਾਚਾਰ ਹੋਣਾ ਆ ਤੇ ਉਹਦੇ 'ਚ ਕੀ ਹੋਣਾ ਆ? ਚੰਗਾਈ ਦੇ ਵਿੱਚ ਕਿਸੇ ਦਾ ਮਨ ਹੋਣਾ ਨਹੀਂ। घर बनाने च किसी का मन होना तेजो में है ना सुसमाचार। तो ਉਹਦੇ ਚ ਕੀ ਹੋਣਾ ਆ? मैं किसी तरीके ना की हो जावां, बन जावां, बच जावां। मेरा कुछ बने चाहे ना बने, मैं मेरे प्रभु दे ਲਈ बन जावां। ਉਹਦਾ ਮਨ ਇਹ ਆ। ਪਰ ਉਹਦੇ ਲਈ ਸਮਾਚਾਰ ਕਿਹੜਾ ਚਾਹੀਦਾ? तेजो में जलाली समाचार चाहिए। हालेलुया। सो जलाली समाचार आओगा तो असी इस गल लई सोचण लई मजबूर हो जावांगे कि मैं अपनी मुक्ति के काम नूं पूरा करना। लोकी तां अज वीजे के काम नूं पूरा करन दे, लोकी तां अपने घर के काम नूं पूरा कर रहे, लोकी तां अपने बिजनेस के काम नूं पूरा कर रहे। ਇਹਦਾ ਮਤਲਬ ਆ ਹਜੇ ਵੀ ਹਨੇਰੇ ਦੀ ਸ਼ਕਤੀ ਨੇ ਉਹਦੇ ਬੁੱਧਾਂ ਨੂੰ ਕੀ ਕੀਤਾ ਆ? ਬੰਨਿਆ ਪਿਆ। ਸੋ ਇਹਦੇ ਲਈ ਤੇਜੋ ਮੇ ਸਮਾਚਾਰ ਲਈ ਸਾਨੂੰ ਖੁਦਾ ਚਾਹੁੰਦਾ ਤੇਰੇ 4 ਰੰਗ ਭਰੇ ਤੇ ਤੂੰ ਦੂਸਰਿਆਂ ਲਈ ਕੀ ਹੋ ਜਵੇਂ? ਗਵਾਹ ਬਣ ਜਾਵੇਂ। ਹਾਲੇਲੂਇਆ। ਹਾਲੇਲੂਇਆ। ਤੇਰੇ 'ਚ ਇਹ ਰੰਗ ਭਰੇ ਤੇ ਲੋਕ ਮੇਰੇ ਤੱਕ ਖਿੱਚੇ ਆਉਣ। ਹਾਲੇਲੂਇਆ। ਆ ਜਾ ਹੁਣ ਕੁਝ ਗੱਲਾਂ ਆ ਉਹ ਲਿਖ ਕੇ ਫਿਰ ਆਪਾਂ ਪ੍ਰਾਰਥਨਾ ਕਰਦੇ ਹਾਂ। ਉਹਦੇ ਵਿੱਚ ਵਚਨ ਮੈਂ ਤੁਹਾਨੂੰ ਉਹਦੇ ਲਈ ਫਿਰ ਬਾਅਦ ਚ ਚਾਹੀਦੇ ਹੋਗੇ ਤੇ ਉਹਦੇ ਨਾਲ ਟੁਕ ਟੁਕ ਦੇ ਵਚਨ ਤੁਹਾਨੂੰ ਦੇ ਦੂੰਗਾ। ਪਰ ਕੁਝ ਗੱਲਾਂ ਆ, 7 ਗੱਲਾਂ ਆ, ਉਹਨਾਂ ਨੂੰ ਲਿਖ ਲਓ। ਹਾਂ, ਇਹਦੇ ਚ ਲਿਖ ਲਓ ਤੇਜੋ ਮੇ ਸੁਸਮਾਚਾਰ ਨਾਲ ਹੀ ਮਹਿਮਾ ਪ੍ਰਾਪਤ ਹੁੰਦੀ ਆ। ਆ ਜਿਹੜੇ ਦੂਸਰੇ ਸਮਾਚਾਰ ਚੱਲ ਰਹੇ ਨਾ, ਇਹਨਾਂ ਨਾਲ ਕਿਸੇ ਨੂੰ ਮਹਿਮਾ ਮਿਲਣੀ ਨਹੀਂ, ਨਾ ਮਹਿਮਾ ਦੀ ਦੇਹ ਮਿਲਣੀ ਹੈ। ਇਹ ਸਾਰੇ ਕਿੱਥੇ ਰਹਿ ਜਾਣੇ ਆ? ਇੱਥੇ ਰਹਿ ਜਾਣੇ। और जिहदे को तेजो में समाचार पहुंच गया, उस समाचार ने उन्होंने की कर देना? मजबूर कर देना परमेश्वर लई बली होने लई। हालेलुया। परमेश्वर लई घर छड्डण लई, परमेश्वर लई तीवी छड्डण लई, परमेश्वर लई प्यो छड्डण लई, मां छड्डण लई, मतलब कि जेड़ा भी उन्होंने परमेश्वर तो दूर करे उन्हें उन्होंने की करदे जाना? छड्डदे ही जाना आ। पर उहदे लई की चाहीदा? तेजोमय सुसमाचार। तेजोमय सुसमाचार मतलब जलाली समाचार, जोत नाल भरिया होया समाचार।
ਹਾਲੇਲੂਇਆ। ਹਾਲੇਲੂਇਆ। ਜਿਹਦੇ ਵਿੱਚ ਇੱਕਦਮ ਸਭ ਕੁਝ ਪਤਾ ਲੱਗ ਜਾਂਦਾ, ਅੱਖਾਂ ਖੁੱਲ ਜਾਂਦੀਆਂ। ਕਿਉਂਕਿ ਇਹੋ ਹੀ ਤੇਜੋਮय ਸਮਾਚਾਰ ਜਿਹੜਾ ਸੀਗਾ ਨਾ, ਤੇਜ ਵਾਂਗੂ ਕਿਹਦੇ ਤੇ ਭਲਾ ਚਮਕਿਆ ਸੀਗਾ? ਪਾਲੂਸ ਤੇ ਚਮਕਿਆ। ਤੇ ਉਹ ਫਿਰ ਕੀ ਹੋ ਗਿਆ? ਗੈਰ ਕੌਮਾਂ ਦੀ ਜ਼ਿੰਮੇਵਾਰੀ ਉਹਨੂੰ ਦੇ ਦਿੱਤੀ। ਹਾਲੇਲੂਇਆ, ਹਾਲੇਲੂਇਆ। ਗੈਰ ਕੌਮਾਂ ਦੀ ਜ਼ਿੰਮੇਵਾਰੀ ਉਹਨੂੰ ਮਿਲ ਗਈ। ਆ ਜਾਓ, ਅਸੀਂ ਕਿਵੇਂ ਪ੍ਰਾਪਤ ਕਰੀਏ? ਲਿਖੋ ਮੋਟਾ ਕਰਕੇ, ਅਸੀਂ ਕਿਵੇਂ ਪ੍ਰਾਪਤ ਕਰੀਏ? ਕੀ ਪ੍ਰਾਪਤ ਕਰੀਏ? ਇਸ ਮਹਿਮਾ ਨੂੰ, ਇਸ ਬੈਂਗਣੀ ਰੰਗ ਨੂੰ ਅਸੀਂ ਕਿੱਦਾਂ ਪ੍ਰਾਪਤ ਕਰੀਏ? ਕਿਉਂਕਿ ਅਸੀਂ ਸਾਰੇ ਹੁਣ ਦੇਖ ਲਿਆ ਈਸ਼ਵਰੀ ਮਹਿਮਾ ਦੇ ਹਰ ਪਹਿਲੂ ਨੂੰ ਆਪਾਂ ਕੀ ਕੀਤਾ ਆ? ਦੇਖ ਲਿਆ, ਜਿਹਦੇ ਨਾਲ ਇੱਕ ਮਹਿਮਾ ਦਾ ਵਜੂਦ ਬਣਨਾ ਆ, ਇੱਕ ਢਾਂਚਾ ਬਣਨਾ ਹੈ। ਉਹ ਸਾਰਾ ਆਪਾਂ ਦੇਖ ਲਿਆ। ਤੇ ਹੁਣ ਸਾਡੇ ਕੋਲ ਸਵਾਲ ਹੈਗਾ ਆ, ਫਿਰ ਅਸੀਂ ਕਿੱਦਾਂ ਇਹ ਬਣੀਏ? ਹੈ ਨਾ, ਅਸੀਂ ਕਿੱਦਾਂ ਬਣੀਏ? ਹਮ ਕੈਸੇ ਬਣੇ? ਨੰਬਰ 1, ਹਨੇਰੇ ਦੇ ਕੰਮਾਂ ਤੇ ਜੈ ਪਾ ਕੇ। ਸਿੱਧਾ ਹੀ ਜਵਾਬ ਹੈ ਜੀ। ਕਿੱਦਾਂ ਬਣੀਏ ਆਪਾਂ? ਹਨੇਰੇ ਦੇ ਕੰਮ ਵੀ ਤੁਸੀਂ ਆਪੇ ਦੇਖਣੇ ਨਾ, ਕਿੱਥੇ ਕਿੱਥੇ ਹੈਗੇ। ਪਹਿਲਾਂ ਹਨੇਰੇ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸੀਗੇ, ਬਿਜ਼ੀ ਰਹਿੰਦੇ ਸੀ। ਹੁਣ ਇਹਨਾਂ ਦੇ ਕੀ ਪਾਉਣੇ ਬਈ? ਜੈ ਪਾਉਣੇ। ਨੰਬਰ 2, ਸਰੀਰ ਦੇ ਕੰਮਾਂ ਤੇ ਜੈ ਪਾ ਕੇ। ਹਨੇਰੇ ਦੇ ਕੰਮ ਔਰ ਕਿਹੜੇ ਕੰਮ? ਸਰੀਰ ਦੇ ਕੰਮਾਂ ਤੇ ਜੈ ਪਾ ਕੇ, ਜਿੱਤ ਹਾਸਲ ਕਰਕੇ। ਇਹ ਫੇਰ ਹੀ ਮਿਲਣਾ। ਨੰਬਰ 3, ਦੁੱਖ ਉਠਾ ਕੇ। ਕੀ ਕਰਕੇ ਬਈ? ਜੇ ਤੁਸੀਂ ਕਹੋ ਨਾ ਗੱਦੇ ਤੇ ਪੈ ਕੇ, ਏਸੀ ਚਲਾ ਕੇ, ਬੈਂਕ ਬੈਲੈਂਸ ਬਣਾ ਕੇ, ਬਿਜ਼ਨਸ ਚਲਾ ਕੇ, ਤੇ ਉਹਦੇ ਵਿੱਚੋਂ ਦੀਨੇ ਮੈਂ ਪ੍ਰਗਟ ਹੁੰਦੀ। ਹਾਲੇਲੂਇਆ। ਇਹ ਕਿੱਦਾਂ ਹੋਣੀ ਹੈ? ਦੁੱਖ ਉਠਾ ਕੇ। ਨੰਬਰ 4, ਨਿੰਦਾ ਉਠਾ ਕੇ। ਦੁੱਖ ਉਠਾਉਣੇ ਯਾਨੀ ਕਿ ਜਿਹਦੇ ਵਿੱਚ ਰੋਗ ਵੀ ਆ ਜਾਂਦਾ ਹੈ, ਜਾਂ ਕਈ ਪ੍ਰਕਾਰ ਦੇ ਨਾਲ ਸਾਡੇ ਨਾਤੇ ਸੰਬੰਧ ਟੁੱਟਦੇ ਜਾਂਦੇ ਆ, ਉਹ ਵੀ ਇੱਕ ਦੁੱਖ ਦਾ ਕਾਰਨ ਹੈ। ਨਿੰਦਾ ਹੋਣੀ ਆ ਵੀ ਤੂੰ ਉਹ ਕੰਮ ਕੀਤਾ ਨਹੀਂ, ਫਿਰ ਵੀ ਤੇ ਇਲਜ਼ਾਮ ਲੱਗਣੇ ਆ। ਉਹਨੂੰ ਵੀ ਕੀ ਕਰਨਾ ਆ? ਉਠਾਉਣਾ। ਨਿੰਦਾ ਉਠਾ ਕੇ। ਨੰਬਰ 4, ਨਿੰਦਾ ਉਠਾ ਕੇ। ਨੰਬਰ 5, ਆਪਣੀ ਸਲੀਬ ਉਠਾ ਕੇ। ਇਹ ਕਿੱਦਾਂ ਰੰਗ ਸਾਨੂੰ ਮਿਲਣਾ ਹੈ? ਆਪਣੀ ਸਲੀਬ ਉਠਾ ਕੇ। ਨੰਬਰ 6, ਖੁਦੀ ਦਾ ਇਨਕਾਰ ਕਰਕੇ। ਕੀ ਕਰਕੇ ਬਈ? ਆਪਣੀ ਖੁਦੀ ਦਾ ਇਨਕਾਰ ਕਰਕੇ। ਨੰਬਰ 7, ਵਚਨ ਵਿੱਚ ਜੜ ਫੜ ਕੇ। ਕਿਉਂਕਿ ਆਪਣੇ ਤੇ ਵਚਨ ਆਉਂਦਾ ਆ ਤੇ ਪੰਛੀ ਆਪਣਾ ਪਿੱਛਾ ਛੱਡਦਾ ਨਹੀਂ। ਵਚਨ ਦਾ ਬੀਜ ਆਉਂਦਾ, ਪੰਛੀ ਕੀ ਕਰਦਾ ਆ? ਚੁੱਕ ਕੇ ਲੈ ਜਾਂਦਾ। ਹਾਲੇਲੂਇਆ। ਤੇ ਕੀ ਕਰਨਾ ਪਿਆ ਆਪਾਂ? ਵਚਨ ਨੂੰ ਕੀ ਕਰਨਾ ਆ? ਆਪਣੇ ਅੰਦਰ ਜੜ ਫੜਨ ਦੇਣੀ ਆ, ਗਹਿਰਾ ਲੈ ਕੇ ਜਾਣਾ। ਕਿਉਂਕਿ ਉੱਪਰਲਾ ਪਿਆ ਕੌਣ ਚੱਕ ਕੇ ਜਾਂਦਾ? ਪੰਛੀ। ਤੇ ਜਿਹੜਾ ਗਹਿਰਾ ਹੈ ਉਹਨੂੰ ਜ਼ਮੀਨ ਕੀ ਕਰਦੀ ਹੈ ਭਲਾ? ਫੜ ਲੈਂਦੀ। ਹਾਲੇਲੂਇਆ। ਤੇਰੇ ਚੋਂ ਤੇਰੇ ਵਾਲੀ ਵੈਰਾਈਟੀ ਪੇਸ਼ ਕਰਨੀ ਹੈ, ਜ਼ਮੀਨ ਜ਼ਿੰਮੇਵਾਰੀ ਲੈਣੀ ਹੈ। ਹਾਲੇਲੂਇਆ। ਸਾਡੇ ਮਨ ਵਿੱਚ ਜੜ ਫੜ ਗਿਆ ਤੇ ਮਨ ਨੇ ਜ਼ਿੰਮੇਵਾਰੀ ਲੈ ਲੈਣੀ ਆ ਵੀ ਆਹ ਜਿਹੜਾ ਜੜ ਫੜਿਆ ਹੁਣ ਇਹ ਕੁਆਲਿਟੀ ਪੈਦਾ ਕਰਨੀ ਪੈਣੀ। ਜ਼ਮੀਨ ਕਿੰਨੇ ਤਰ੍ਹਾਂ ਦੇ ਪੇੜ ਪੌਦੇ ਬੂਟੇ ਫੁੱਲ ਪੈਦਾ ਕਰ ਦਿੰਦੀ ਆ। ਕਿਹਨਾਂ ਨੂੰ ਕਰਦੀ ਆ? ਜਿਹੜੇ ਕੀ ਕਰ ਜਾਂਦੇ ਆ? ਜਿਹੜਾ ਬੂਟਾ ਜਿਹੜਾ ਜੜ ਫੜ ਲੈਂਦਾ ਉਹਦਾ ਰੰਗ ਵੀ ਫਿਰ ਬਾਹਰ ਪ੍ਰਗਟ ਹੋ ਜਾਂਦਾ। ਹਾਲੇਲੂਇਆ, ਹਾਲੇਲੂਇਆ। ਸੋ ਸਾਡਾ ਵੀ ਦਿਲ ਇੱਕ ਜ਼ਮੀਨ ਦੀ ਤਰ੍ਹਾਂ ਨਾ, ਅਸੀਂ ਵੀ ਕਿਸਾਨ ਦੀ ਤਰ੍ਹਾਂ ਹੀ ਆ ਨਾ, ਜਿਹੜਾ ਸਿੱਟਾ ਦਿੰਦਾ ਹੈ ਨਾ। ਔਰ ਸਾਡੇ ਕੋਲ ਕੀ ਆ? ਆਹ ਬੀਜ ਆ, ਆਹ ਬੀਜ ਹੀ ਆ। ਹਾਲੇਲੂਇਆ। ਅਸੀਂ ਇਹਦਾ ਕੀ ਦੇ ਜਾਂਦੇ? ਹੁਣ ਐਟਮ ਕੀ ਦੇ ਰਹੇ ਆ? ਸਿੱਟਾ, ਜਿਹਦੇ ਚ ਗਹਿਰਾ ਜਾਊ ਜੜ ਫੜੂ। ਜ਼ਮੀਨ ਬਦਲੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਨਾ ਜਦੋਂ ਆਪਾਂ ਕਣਕ ਬੀਜ ਦਿੰਨੇ ਆ ਤੇ 15-20 ਦਿਨਾਂ ਬਾਅਦ 30 ਦਿਨਾਂ ਬਾਅਦ ਬਦਲੀ ਨਜ਼ਰ ਆਉਂਦੀ ਨਾ, ਸਾਰੀ ਹਰੀ ਜਿਹੀ ਹੋ ਜਾਂਦੀ, ਨਿੱਕੀਆਂ ਕੁੰਬਲਾਂ ਨਿਕਲ ਆਉਂਦੀਆਂ। ਦਿਨ ਪ੍ਰਤੀ ਦਿਨ ਕੀ ਹੁੰਦੀ ਜਾਂਦੀ ਆ? ਬਦਲਦੀ ਜਾਂਦੀ ਆ। ਇੱਕ ਟਾਈਮ ਆਉਂਦਾ ਜ਼ਮੀਨ ਥੱਲੇ ਦਿਸਦੀ ਨਹੀਂ, ਦਿਸਦੀ ਕੀ ਆ? ਫਸਲ।
ਹਾਲੇਲੂਇਆ ਹਾਲੇਲੂਇਆ। ਤੁਸੀਂ ਪਹਾੜਾਂ ਦੀਆਂ ਵਾਦੀਆਂ ਦੀਆਂ ਤਸਵੀਰਾਂ ਦੇਖੀਆਂ, ਜਿਹੜੇ ਪਹਾੜਾਂ ਤੇ ਕਈ ਪ੍ਰਕਾਰ ਦੇ ਕਿਆਰੀਆਂ, ਚਿੱਟੇ ਫੁੱਲ, ਨੀਲੇ ਫੁੱਲ, ਪੀਲੇ ਫੁੱਲ, ਹਰੇ ਫੁੱਲ ਲੱਗੇ ਹੁੰਦੇ। ਉੱਥੇ ਜ਼ਮੀਨ ਨਜ਼ਰ ਆਉਂਦੀ ਕਿ ਫੁੱਲ? ਫੁੱਲ ਨਜ਼ਰ ਆਉਂਦੇ ਆ। ਕਾਰਨ ਉਹ ਜਿੰਨੇ ਵੀ ਗਏ ਜੜ ਫੜ ਗਏ। ਸੋ ਅਸੀਂ ਵੀ ਦਿਲ ਦੀਆਂ ਤਹਿਾਂ ਦੇ ਵਿੱਚ ਕੀ ਕਰਨਾ ਆ? ਵਚਨ ਦੇ ਰੰਗ ਬਰੰਗੇ ਜਿਹੜੇ ਬੀਜ ਆ ਉਹਨਾਂ ਨੂੰ ਆਪਣੇ ਅੰਦਰ ਆਉਣ ਦੇਣਾ। ਹਾਲੇਲੂਇਆ ਹਾਲੇਲੂਇਆ। ਤਾਂ ਕਿ ਜ਼ਮੀਨ ਜਿਹੜੀ ਹੈ, ਜਿੱਦਾਂ ਪਰਮੇਸ਼ਰ ਨੇ ਕਿਹਾ, ਜ਼ਮੀਨ ਆਪਣਾ ਫਲ ਦੇਵੇ। ਤੇ ਉਹਨੇ ਦੇਣਾ ਸ਼ੁਰੂ ਕਰਤਾ। ਕਈ ਪ੍ਰਕਾਰ ਦੇ ਬੂਟੇ, ਪੇੜ ਪੌਦੇ, ਫਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਹਾਲੇਲੂਇਆ। ਇਸੇ ਪ੍ਰਕਾਰ ਹੋਣਾ ਹੈ। ਸੋ ਦੋ ਰੰਗ ਆਪਣੇ ਹੋ ਗਏ ਪੂਰੇ ਪਰਦੇ ਤੇ। ਅਤੇ ਪਵਿੱਤਰ ਸਥਾਨ ਦੇ ਦਰਮਿਆਨ ਜਿਹੜਾ ਪਰਦਾ ਆ ਉਹ ਬਣਿਆ ਕਿੱਦਾਂ, ਉਹ ਤਾਂ ਆਪਾਂ ਦੇਖ ਲਿਆ। ਉਹ 'ਚ ਫਿਰ ਰੰਗ ਪਾਏ ਗਏ ਆ, ਹਨਾ? ਨੀਲਾ ਰੰਗ, ਫਿਰ ਬੈਂਗਣੀ ਰੰਗ, ਤੇ ਹੁਣ ਕਿਹੜਾ ਰੰਗ ਰਹਿ ਗਿਆ? ਲਾਲ ਰੰਗ ਤੇ ਚਿੱਟਾ ਰੰਗ, ਸਫੇਦ ਰੰਗ। ਤੇ ਹੁਣ ਲਾਲ ਰੰਗ ਨੂੰ ਆਪਾਂ ਸ਼ੁਰੂ ਕਰ ਦਿੰਦੇ ਆ। ਹਾਲੇਲੂਇਆ। ਤੇ ਫਿਰ ਬਾਅਦ ਚ ਲਾ ਲਿਆ ਨਾ ਅਕਸਰ, ਇਹਦੇ ਤੇ ਫਿਰ ਕੰਮ ਵੀ ਜ਼ਿਆਦਾ ਹੈ। ਲਿਖ ਲਓ ਇਹਦੇ ਬਾਰੇ। ਪਰਦੇ ਦਾ, ਹਾਂਜੀ, ਪਰਦੇ ਦਾ ਤੀਸਰਾ ਰੰਗ। ਉੱਪਰ ਲਿਖੋ ਪਰਦੇ ਦਾ ਤੀਸਰਾ ਰੰਗ। ਉਹਦੇ ਥੱਲੀ ਲਾਈਨ 'ਚ ਲਿਖੋ ਲਾਲ ਰੰਗ। ਉਹ ਤੋਂ ਥੱਲੀ ਲਾਈਨ 'ਚ ਲਿਖੋ ਪਰਦੇ ਦਾ ਤੀਸਰਾ ਰੰਗ ਕਿਹੜਾ ਬਈ? ਲਾਲ ਰੰਗ। ਤੀਸਰੀ ਲਾਈਨ 'ਚ ਲਿਖੋ ਲਾਲ ਰੰਗ ਦਾਸ ਨੂੰ ਅਤੇ ਬਲੀਦਾਨ ਨੂੰ ਦਿਖਾਉਂਦਾ ਹੈ। ਕਿਹਨੂੰ ਦਿਖਾਉਂਦਾ ਬਈ? ਦਾਸ ਨੂੰ ਔਰ ਬਲੀਦਾਨ, ਸਮਰਪਿਤ ਦਾਸ। ਇੱਥੇ ਜਦੋਂ ਅਸੀਂ ਪਰਦੇ ਤੇ ਟੰਗਿਆ ਹੋਇਆ ਦੇਖਦੇ ਆ, ਕਿਹਨੂੰ ਦੇਖਦੇ ਆ? ਇਹ ਜਿਹੜਾ ਪਰਦਾ ਟੰਗਿਆ ਹੋਇਆ ਆ, ਇਹ ਕਿਹਨੂੰ ਦੇਖ ਰਹੇ ਆ? ਯਿਸੂ ਮਸੀਹ ਨੂੰ। ਤੇ ਜਿਹਦੇ ਵਿੱਚ ਤੀਸਰੇ ਸਟੈਪ 'ਚ ਕੀ ਬਣ ਗਿਆ? ਉਹ ਦਾਸ ਬਣ ਗਿਆ। ਹਾਲੇਲੂਇਆ ਹਾਲੇਲੂਇਆ। ਦਾਸ ਕਿਹਨੂੰ ਦਿਖਾਉਂਦਾ ਬਈ? ਬਲੀਦਾਨ ਨੂੰ ਔਰ ਦਾਸ। ਪਰ ਬਲੀਦਾਨ ਤੇ ਜਦੋਂ ਬਲੀ ਹੁੰਦਾ ਤੇ ਕੀ ਬਹਿੰਦਾ? ਲਹੂ ਹਾਲੇਲੂਇਆ ਹਾਲੇਲੂਇਆ। ਲਹੂ ਦਾ ਹਾਲੇਲੂਇਆ। ਚਲੋ ਯਸ਼ਾਇਆ 52 ਅਧਿਆਇ ਦੀ 13 ਆਇਤ ਸ਼ੁਰੂਆਤ ਕਰ ਦਿੰਦੇ ਆ। ਤੁਹਾਡੇ 'ਚ ਵੀ ਬੇਚੈਨੀ ਜੀ ਬਣੀ ਰਹੂਗੀ ਵੀ ਆਹ ਗੱਲ ਤਾਂ ਸਮਝਣ ਜਾਣਾ ਹੀ ਪੈਣਾ। ਅੱਜ ਛੁੱਟੀ ਨਹੀਂ ਕਰਨੀ। ਅੱਜ ਮੰਮੀ ਨੂੰ ਵੀ ਲੈ ਕੇ ਆਉਣਾ, ਅੱਜ ਸਾਸੂ ਮਾਂ ਨੂੰ ਵੀ ਲੈ ਕੇ ਆਉਣਾ। ਹਾਲੇਲੂਇਆ। ਸਾਰਿਆਂ ਨੂੰ ਲੈ ਕੇ ਆਉਣਾ। ਯਸ਼ਾਇਆ 52 ਉਹਦੀ 13 ਆਇਤ। देखो मेरा दास बुद्धि से काम करेगा। एक कौन कह रहे हैं? देखो मेरा दास। बस इतनी गल ही बहुत है। देखो मेरा दास या मेरा सेवक, परमेश्वर कह रहे हैं। हालेलुया। कौन कह रहे हैं अभी? परमेश्वर कह रहे हैं देखो मेरा दास, मेरा सेवक। लिखो यहोवा दा दास या सेवक है। जिथे जो कहा गया है वो किया यहोवा दा दास या सेवक है, ना कि शैतान, मनुख या पाप दा सेवक। किहदा सेवक है? हो यहोवा दा सेवक है, ना कि किहदा? शैतान दा, मनुख या पाप दा सेवक। वो किहदा सेवक निगा? शैतान दा भी निगा, मनुख दा भी निगा और पाप दा भी निगा। किहदा आ? यहोवा दा सेवक। हालेलुया। पर मसीह ओ सेवक है, पर मसीह ओ सेवक है जिस बारे भविष्यवाणियां हुई हैं। ਕਿਹੜਾ ਸੇਵਕ ਹੈ ਵੀ ਮਸੀਹ? ਜਿਸ ਬਾਰੇ ਕੀ ਹੋਈਆਂ ਆ? ਭਵਿੱਖਬਾਣੀਆਂ ਹੋਈਆਂ। ਥੋੜਾ ਜਿਹਾ ਭੇਦ ਵਿੱਚ ਰੱਖ ਕੇ ਚੱਲਾਂਗੇ। ਹਾਲੇਲੂਇਆ। ਤਾਂ ਕਿ ਗੱਲ ਫਿਰ ਕਿਉਂ ਸੁਣਨ ਦੀ ਦਿਲਚਸਪੀ ਬਣੀ ਰਹੇ। ਸੋ ਪ੍ਰਾਰਥਨਾ
ਖੁਦਾਵੰਦ ਖੁਦਾ ਤੇਰਾ ਸ਼ੁਕਰ ਤੇਰੀ ਤਾਰੀਫ ਕਰਦੇ ਹਾਂ ਧੰਨਵਾਦ ਕਰਦੇ ਹਾਂ ਪ੍ਰਭੂ ਜਦੋਂ ਅਸੀਂ ਪਰਦੇ ਦੇ ਦੋ ਰੰਗ ਦੇਖ ਲਏ ਤੀਸਰਾ ਰੰਗ ਆ ਔਰ ਅਸੀਂ ਸਭ ਭੁੱਖੇ ਆ ਤੇਰੇ ਵਚਨ ਦੇ ਭੁੱਖੇ ਆ ਤੇਰੀ ਇੱਛਾ ਨੂੰ ਸਮਝਣ ਦੇ ਖੁਦਾਵੰਦ ਤੂੰ ਆਪਣੀ ਇੱਛਾ ਸਾਡੇ ਤੇ ਪ੍ਰਗਟ ਕਰ ਆਪਣੇ ਵਚਨ ਦਾ ਪ੍ਰਕਾਸ਼ ਸਾਡੇ ਤੇ ਕਰ ਔਰ ਆਉਣ ਵਾਲੇ ਦਿਨਾਂ 'ਚ ਸਾਡੇ ਵਿੱਚ ਇਹ ਤੀਸਰਾ ਰੰਗ ਵੀ ਬਣ ਜਾਏ ਐਸੀ ਕਿਰਪਾ ਕਰ ਸਭ ਇਹਨਾਂ ਵਚਨਾਂ ਨੂੰ ਸੁਣਨ ਵਾਲਿਆਂ ਨੂੰ ਬਰਕਤ ਦੇ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਆਮੀਨ। ਹੁਣ ਸਾਡੇ ਖੁਦਾਵੰਦ ਦਾ ਫਜ਼ਲ ਬਾਪ ਦੀ ਮੁਹੱਬਤ ਪਿਤਾ ਆਤਮਾ ਫਾਕਸ਼ਾ ਕੋਣ ਤੋਂ ਰਹਿ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਾ ਨਾਲ ਨਾਲ ਦੀ ਰਵੇ ਆਮੀਨ ਹਾਲੇਲੂਇਆ ਹਾਲੇਲੂਇਆ ਸਾਰਿਆਂ